ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਧੰਨਵਾਦ ਰੰਧਾਵਾ ਜੀ। ਮਨਪ੍ਰੀਤ ਜੀ, ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਸਾਡੀ ਕੁੱਲ ਆਮਦਨ ਦਾ 50% ਕਰਜ਼ਾ ਹੈ। ਮੈਂ ਉਹਨਾਂ ਨੂੰ ਥੋੜਾ ਜਿਹਾ ਕਰੈਕਟ ਕਰਨਾ ਚਾਹੁੰਦਾ, ਸਿੱਧੂ ਸਾਹਿਬ ਅੰਕੜੇ ਦਰੁਸਤ ਕਰ ਲਓ, 75% ਆ। ਗੱਲ ਰੌਲਿਆਂ ਦੀ ਹੋ ਰਹੀ ਹੈ, ਗੱਲ ਸਾਡੇ ਲੁੱਟਣ ਲਤਾੜਨ ਦੀ ਹੋ ਰਹੀ ਹੈ, ਤੇ ਇੱਥੇ ਅੰਕੜਿਆਂ ਨਾਲ ਖੇਡਣਾ ਵਾਜਬ ਨਹੀਂ ਹੋਊਗਾ। ਸਾਡੀ ਜਿਹੜੀ ਪਿਛਲੀ ਰਿਪੋਰਟ ਹੋਈ GDP ਆ, ਸਾਡੀ ਕੁੱਲ ਆਮਦਨ ਆ ਮਨਪ੍ਰੀਤ ਜੀ ਸਾਲਾਨਾ, ਉਹ 5,35,000 ਕਰੋੜ ਸੀ। ਤੇ ਜੇ ਸਟੇਟ ਗਵਰਨਮੈਂਟ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਬੋਲਦਾ ਹੈ ਤਾਂ ਉਹਨਾਂ ਘਾਟੇ 'ਚ ਗਈਆਂ, ਮਰ ਗਈਆਂ, ਬੰਦ ਹੋ ਗਈਆਂ ਉਹ ਸਾਰੀਆਂ ਨਿਗਮਾਂ ਤੇ ਬੋਰਡਾਂ ਦਾ 1 ਲੱਖ ਕਰੋੜ ਦਾ। ਇਹਦੇ ਵਿੱਚ ਬਿਜਲੀ ਨਿਗਮ ਦਾ ਕੱਲਾ 30,000 ਕਰੋੜ ਦਾ ਹੈ, ਜਿਹੜਾ 4 ਲੱਖ ਕਰੋੜ ਕਰਜ਼ਾ ਬਣਦਾ ਹੈ। ਸਿੱਧੂ ਸਾਹਿਬ, 5,35,000 ਕਰੋੜ ਦੀ ਆਮਦਨ ਦੇ ਮੁਕਾਬਲੇ ਜੇ 4 ਲੱਖ ਕਰੋੜ ਕਰਜ਼ਾ ਹੈ ਤਾਂ ਫਿਰ ਅਸੀਂ 75% ਆਮਦਨ ਦੇ ਮੁਕਾਬਲੇ 75% ਜਿਹੜਾ ਉਹ ਕਰਜ਼ਾਈ ਹੈ। ਤੇ ਐਸੀ ਸਥਿਤੀ ਦੇ ਵਿੱਚ ਕੁਝ ਨਹੀਂ ਹੋ ਸਕਦਾ। ਅਜੇ 31,000 ਕਰੋੜ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ। ਤੁਹਾਨੂੰ ਯਾਦ ਹੋਣਾ 2017 ਦੀ ਪਹਿਲੀ ਕੈਬਨਿਟ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀਗਾ ਕਿ 31,000 ਕਰੋੜ ਰੁਪਏ ਦੀ ਜਾਂਚ ਕਰਾਈ ਜਾਊਗੀ, ਜਿਹੜੇ ਅਕਾਲੀ ਸਰਕਾਰ ਜਾਂਦੇ ਵੇਲੇ ਪੰਜਾਬ ਸਰਕਾਰ ਕਰਜ਼ ਪਾ ਗਈ ਸੀ। ਔਰ ਉਹ ਕਰਜ਼ ਜਿਹੜਾ ਜਿਹਦੇ ਤੇ ਸਾਡਾ ਕੋਈ ਦੋਸ਼ ਨਹੀਂ, ਉਦੋਂ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਹੋਈ ਸੀ ਪਹਿਲੀ ਕੈਬਨਿਟ ਦੇ ਵਿੱਚ ਕਿ ਜੇਕਰ ਇਹਦੇ ਚ ਕੋਈ ਦੋਸ਼ੀ ਪਾਇਆ ਜਾਂਦਾ, ਭਾਵੇਂ ਅਧਿਕਾਰੀ ਹੈ ਭਾਵੇਂ ਕੋਈ ਮਿਨਿਸਟਰ ਹੈ, ਤਾਂ ਉਹਦੇ ਖਿਲਾਫ ਐਕਸ਼ਨ ਹੋਊਗਾ। 5 ਸਾਲ ਬੀਤ ਚੱਲੇ ਆ ਸਿੱਧੂ ਸਾਹਿਬ, ਇੱਥੇ ਵੀ ਗੱਲ ਕਰੋ। 31,000 ਕਰੋੜ ਤਾਂ ਸ਼ਰੇਆਮ ਸ਼ਰੇਰਾਹ। ਔਰ ਜੇਕਰ ਇਹਦੇ ਅੱਗੇ ਜਾ ਕੇ ਅੰਕੜੇ ਦੇਾਂਗੇ ਕਿ ਅਸੀਂ ਕਿੰਨਾ ਉਹ ਵਾਪਸ ਕਰਦੇ ਹਾਂ ਤੇ ਕਿੰਨਾ ਵਿਆਜ ਕਰਦੇ, ਛੱਡ ਦਿੰਨੇ, ਲੰਬੀ ਗੱਲ ਨਾ ਕਰੀਏ। ਮਨਪ੍ਰੀਤ ਜੀ, ਦੂਜੀ ਗੱਲ ਤੇ ਮੈਂ ਆਵਾਂ, ਚੰਨੀ ਸਾਹਿਬ ਕਹਿੰਦੇ ਆ ਕਿ ਹੁਣ ਬਹੁਜਨ ਸਮਾਜ ਪਾਰਟੀ ਦੀ ਕੀ ਲੋੜ ਆ, ਮੈਂ ਹੂੰ ਨਾ। ਤੇ ਉਧਰਲੇ ਬੰਨੇ ਅਕਾਲੀ ਦਲ ਵਾਲੇ ਕਹਿੰਦੇ ਆ, ਜਿਹੜੇ ਬਹੁਜਨ ਸਮਾਜ ਪਾਰਟੀ ਦੇ ਭਾਈਵਾਲ ਨੇ, ਕਹਿੰਦੇ ਕੇਜਰੀਵਾਲ ਤੇ ਮਾਨਹਾਨੀ ਦਾ ਕੇਸ ਕਰਾਂਗੇ। ਕਿਸਾਨਾਂ ਦੇ ਖਿਲਾਫ ਕੇਜਰੀਵਾਲ ਬਿਆਨ ਦਿੰਦਾ ਹੈ ਕਿਉਂਕਿ ਅਸੀਂ ਕਿਸਾਨਾਂ ਦੀ ਪਾਰਟੀ ਆ ਤੇ ਅਸੀਂ ਉੱਤੇ ਮਾਨਹਾਨੀ ਦਾ ਕੇਸ ਕਰਾਂਗੇ, ਨਹੀਂ ਤੇ ਉਹ ਮਾਫੀ ਮੰਗੇ। ਪਰ ਨਾਲ ਦੀ ਨਾਲ ਹੀ ਕਿਸਾਨ ਕਹਿੰਦੇ ਆ ਸਿਆਸੀ ਸਰਗਰਮੀਆਂ ਤੇ ਭਾਈ ਰੋਕ ਲਓ। ਜੇ ਸਾਡਾ ਸਮਰਥਨ ਕਰਨਾ, ਜੇ ਸਾਡੇ ਹੋ, ਸਾਡੇ ਨੁਮਾਇੰਦੇ ਹੋ, ਤੇ ਸਿਆਸੀ ਸਰਗਰਮੀਆਂ ਰੋਕ ਕੇ ਸਾਡਾ ਸਾਥ ਦਿਓ। ਤੇ ਢੀਂਡਸਾ ਸਾਹਿਬ ਥੋੜੀ ਜਿਹੀ ਤਕਲੀਫ ਚ ਆਉਂਦੇ ਆ, ਕਹਿੰਦੇ ਚੰਨੀ ਅਕਾਲੀ ਦਲ ਨੂੰ ਗਦਾਰ ਕਹਿਣ ਵਾਲੀ ਗੱਲ ਤੇ ਮਾਫੀ ਮੰਗਣ, ਕਿਉਂਕਿ ਅਸੀਂ ਅਕਾਲੀ ਆ। ਤੇ ਜੇ ਕਿਸੇ ਪਰਿਵਾਰ ਨੂੰ ਕਹਿਣਾ ਤੇ ਕਹਿ ਲਓ, ਨਹੀਂ ਤੇ ਅਸੀਂ ਤੁਹਾਡੇ ਘਰ ਦੇ ਬਾਹਰ ਲਾਉਣਾ ਜੇ ਧਰਨਾ। ਤੇ ਉਧਰਲੇ ਬੰਨੇ ਉੱਪਰਲੇ ਪਾਸੇ ਸਹਿਮਤੀ ਸੁਪਰੀਮ ਕੋਰਟ 'ਚ ਹੋ ਗਈ ਆ। ਯੂਪੀ ਸਰਕਾਰ ਕਹਿੰਦੀ ਆ ਅਸੀਂ ਉਸ ਜੱਜ ਤੋਂ ਕਰਾਉਣ ਲਈ ਤਿਆਰ ਆ ਜਾਂਚ ਨਿਗਰਾਨੀ 'ਚ, ਜਿਹਨੂੰ ਤੁਸੀਂ ਕਹੋਗੇ। ਖਬਰਾਂ ਹੋਰ ਬਹੁਤ ਸਾਰੀਆਂ ਇਕੱਠੀਆਂ ਲਾਉਂਗਾ, ਮੈਂ ਥੱਕ ਜਾਊਂਗਾ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਤਾਜ਼ਾ ਤਰੀਨ ਹਮਲਾ ਸਰਕਾਰ ਤੇ, ਉਸ ਨਜ਼ਰੀਓਂ ਗੱਲ ਕਰਨੀ ਬਣਦੀ ਆ। ਮੈਂ ਤੁਹਾਨੂੰ ਜ਼ਰੂਰ ਦੱਸ ਦੂੰਗਾ, ਜਿਹੜੀ ਇਹ ਮਾਰਚ 2017 ਦੇ ਵਿੱਚ, ਸ਼ਾਇਦ 18 ਮਾਰਚ ਨੂੰ ਪਹਿਲੀ ਕੈਬਨਿਟ ਹੋਈ ਸੀ, ਉਹ 'ਚ 118 ਫੈਸਲੇ ਹੋਏ ਸੀ, ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜਾ 31,000 ਕਰੋੜ ਰੁਪਏ ਦਾ ਮਾਮਲਾ ਹੈ, ਇਹਦੇ ਉੱਤੇ ਤੁਰੰਤ ਜਾਂਚ ਹੋਵੇ। ਜਿਹੜਾ 270 ਕਰੋੜ ਮਹੀਨਾ ਦਿੰਦੀ ਆ ਹੁਣ ਸਰਕਾਰ, ਇਹ 3248 ਕਰੋੜ ਸਾਲ ਦਾ ਬਣਦਾ ਹੈ ਤੇ 22 ਸਾਲਾਂ ਚ ਮੋੜਨਾ ਹੈ ਲਗਭਗ 58,000 ਕਰੋੜ। 31,000 ਕਰੋੜ ਦੀ ਬਜਾਏ ਸਿੱਧੂ ਸਾਹਿਬ ਹੱਥ ਜੋੜ ਕੇ ਬੇਨਤੀ ਆ, ਉਹ ਜਾਂਚ ਹੀ ਮਹੀਨੇ ਚ ਕਰਾ ਲਓ। ਉਹ ਕੋਈ ਦੋਸ਼ ਤਾਂ ਕਿਸੇ ਤੇ ਲੱਗੇ, ਤੈਅ ਹੋ ਜਾਣ ਕਿ ਕੌਣ ਸਾਨੂੰ ਲੁੱਟਣ ਲਤਾੜਨ ਵਾਲਿਆਂ ਚ ਸ਼ਾਮਲ ਹੈ। ਹਾਲਾਂਕਿ ਵੱਖਰੀ ਗੱਲ ਆ ਕਿ ਬਾਦਲ ਸਾਹਿਬ ਜਦੋਂ ਆਖਰੀ ਦਿਨਾਂ ਚ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਤੇ ਅੰਦਰ ਜੋ ਹੋਇਆ ਉਹ ਵੀ ਬੜੀ ਨਾਜ਼ੁਕ ਸਥਿਤੀ ਸੀ। ਕੀ ਕਹਿੰਦੇ ਹੋ ਮਨਪ੍ਰੀਤ ਜੀ? ਬਿਲਕੁਲ, ਤੁਹਾਡੀ ਜਿਹੜੀ ਆਰਥਿਕ ਸਾਡੀ ਸਥਿਤੀ ਹੈ ਇਸ ਟਾਈਮ ਪੰਜਾਬ ਦੀ, ਉਹ ਤੁਹਾਨੂੰ ਪਤਾ ਬੜੀ ਨਾਜ਼ੁਕ ਆ। ਕੋਈ ਵੀ ਜਿਹੜਾ ਵਿੱਤ ਮੰਤਰੀ ਆ ਸਾਡਾ ਸ਼ੁਰੂ ਤੋਂ, ਹੁਣ ਮਨਪ੍ਰੀਤ ਬਾਦਲ ਹੋਣਾ ਨੇ ਸੁਰ ਜ਼ਰੂਰ ਬਦਲੇ ਆ, ਨਹੀਂ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਕਹਿੰਦੇ ਆ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ, ਤੇ ਖਜ਼ਾਨਾ ਭਰਨਾ ਕਿਸ ਤਰ੍ਹਾਂ। ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਸਾਡੀ GDP ਦਾ ਕਿੰਨੇ ਫੀਸਦੀ ਹਿੱਸਾ ਤਾਂ ਸਾਡੇ ਤੇ ਕਰਜ਼ ਹੀ ਆ। ਔਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਕੀਤੀ ਕਿ 50% ਨਹੀਂ, ਅਸਲ ਦੇ ਵਿੱਚ ਲਗਭਗ 75% ਦੀ ਤੁਸੀਂ ਗੱਲ ਕਰ ਰਹੇ ਹੋ। ਦੇਖੋ ਰੰਧਾਵਾ ਜੀ, ਇਹ ਗੱਲ ਬਿਲਕੁਲ ਠੀਕ ਹੈ, 3 ਲੱਖ ਕਰੋੜ ਤੱਕ ਤਾਂ ਅਸੀਂ ਪਹੁੰਚ ਹੀ ਗਏ ਆ। ਸਾਡੀ GDP ਦੀ ਡੈਟ ਸਰਵਿਸਿੰਗ ਰੇਸ਼ੋ ਹੁੰਦੀ ਆ, ਜੋ ਹਰ ਸਾਲ ਉਹਦਾ ਕਰਜ਼ੇ ਦਾ ਅਸੀਂ ਕਿਸ਼ਤ ਦਿੰਦੇ ਆ। ਬੜੀਆਂ ਸਰਕਾਰਾਂ ਨੇ ਦਾਅਵਾ ਕੀਤਾ ਸੀ ਇਸ ਗੱਲ ਦਾ ਕਿ ਪਹਿਲਾਂ 35% ਸੀ, ਅਸੀਂ ਉਸ ਨੂੰ ਘਟਾ ਕੇ 30% ਲੈ, ਕੋਈ ਕਹਿੰਦਾ ਸੀ 26% ਲੈ। ਠੀਕ ਆ, ਤੁਸੀਂ ਘਟਾ ਲਿਆ, ਲੇਕਿਨ ਕਰਜ਼ਾ ਘਟਾਉਣ ਦੇ ਵੱਲ ਕਿਸੇ ਦਾ ਵੀ ਜਿਹੜਾ ਹੈ ਉਹ ਧਿਆਨ ਨਹੀਂ ਆ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ,
ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਕਸਰ ਕਹਿੰਦੇ ਆ, ਉਹ ਕਹਿੰਦੇ ਇਦਾਂ ਨਾ ਕਿਹਾ ਕਰੋ ਕਿ ਤੁਹਾਡਾ ਖਜ਼ਾਨਾ ਖਾਲੀ ਆ। ਜੇ ਤੁਸੀਂ ਇਹ ਰੌਲਾ ਪਾਈ ਜਾਓਗੇ ਖਜ਼ਾਨਾ ਖਾਲੀ ਆ, ਸਾਡੇ ਤੇ ਕਰਜ਼ ਬੜਾ, ਤੇ ਜੇ ਕਹਿੰਦੇ ਤੁਸੀਂ ਇਸ ਤਰ੍ਹਾਂ ਬੈਂਕ ਜਾਓਗੇ ਤੁਹਾਨੂੰ ਕਿਸੇ ਨੇ ਕਰਜ਼ਾ ਦੇਣਾ ਨਹੀਂ ਇੰਡਸਟਰੀ ਲਾਉਣ ਲਈ। ਸੋ ਕਿਆ ਕਰੋ ਸਾਡੇ ਜਿਹੜੇ ਖਜ਼ਾਨੇ ਨੇ ਉਹ ਭਰਪੂਰ ਨੇ, ਭਰੇ ਹੋਏ ਨੇ, ਤਾਂ ਕਿ ਜਿਹੜੀਆਂ ਬਾਹਰਲੀਆਂ ਕੰਪਨੀਆਂ ਇਨਵੈਸਟਮੈਂਟ ਇੱਥੇ ਕਰਨ ਆਉਣ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦਾ ਕੋਈ ਖਦਸ਼ਾ ਨਾ ਹੋਵੇ, ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਵਿਚਾਰ ਨਾ ਪੈਦਾ ਹੋਵੇ ਕਿ ਸਾਨੂੰ ਤਾਂ ਉੱਥੇ ਜਾ ਕੇ ਲੁੱਟ ਲੈਣਗੇ। ਦੇਖੋ ਗੱਲ ਨਵਜੋਤ ਸਿੰਘ ਸਿੱਧੂ ਦੀ ਜੇ ਆਪਾਂ ਕਹੀ ਜਾਈਏ, ਇਹਦੇ ਦੋਨੇ ਪਹਿਲੂ ਨੇ। ਬਿਲਕੁਲ ਤੁਸੀਂ ਗੱਲ ਕੀਤੀ, ਪਹਿਲਾਂ ਤਾਂ ਅੰਕੜੇ ਆਪਣੇ ਦਰੁਸਤ ਕਰ ਲੈਣੇ ਚਾਹੀਦੇ ਆ, ਔਰ ਅੰਕੜੇ ਜਿਹੜੇ ਸਾਨੂੰ ਦਿਖਾਏ ਜਾਂਦੇ ਨੇ ਉਸ ਤੋਂ ਵੀ ਭਿਆਨਕ ਨੇ ਜੋ ਸਾਨੂੰ ਜਿਹੜੀ ਸਥਿਤੀ ਲੱਗ ਰਹੀ ਆ। ਔਰ ਦੇਖੋ ਇਹਦੇ ਨਾਲ ਇੱਕ ਚੀਜ਼ ਹੋਰ ਆ, ਇੱਕ ਤਾਂ ਉਹ ਆਪਣੀ ਸਰਕਾਰ ਤੇ ਲਗਾਤਾਰ ਹਮਲੇ ਕਰ ਰਹੇ, ਜਿਸ ਤਰ੍ਹਾਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਭਾਈ ਤੁਸੀਂ ਹੁਣ 26 ਲੱਖ ਨੌਕਰੀਆਂ ਦੀ ਗੱਲ ਕਰਦੇ ਸੀ, ਤੁਸੀਂ 1 ਲੱਖ ਨੌਕਰੀਆਂ ਹੀ ਦੇ ਕੇ ਦੇਖ ਲਓ, ਲੋਕਾਂ ਨੂੰ ਨੌਕਰੀਆਂ ਦਿਓ। ਔਰ ਜਿਹੜੇ ਤੁਸੀਂ ਆਪਣੇ ਕਿਸੇ ਤਰ੍ਹਾਂ ਦੇ ਵਾਅਦੇ ਕਰ ਰਹੇ ਹੋ, ਚਾਹੇ ਬਿਜਲੀ ਦੀਆਂ ਦਰਾਂ ਘਟਾਉਣੇ ਹੋ ਜਾਂ ਤੁਸੀਂ ਵਨ ਟਾਈਮ ਸੈਟਲਮੈਂਟ ਕਰਦੇ ਹੋ ਜਿਹੜੀਆਂ ਇਲੀਗਲ ਕੰਸਟਰਕਸ਼ਨਸ ਦੀਆਂ, ਜਾਂ ਹੋਰ ਤਮਾਮ ਤਰ੍ਹਾਂ ਦੇ ਇਹਦੇ ਵਿੱਚ ਵਾਅਦੇ ਆਉਂਦੇ, ਜਿਵੇਂ ਰੇਤਾ ਦੇ ਵੀ ਹੁਣ ਰੇਟ ਘਟਾਏ ਗਏ ਆ, ਇਸ ਤੇ ਵੀ ਆਪਾਂ ਆਵਾਂਗੇ ਵੀ ਇਹ ਠੀਕ ਆ, ਲੋਕਾਂ ਨੂੰ ਰਾਹਤ ਦੇਣੀ ਬਹੁਤ ਜ਼ਰੂਰੀ ਆ, ਲੇਕਿਨ ਨਾਲ ਦੀ ਨਾਲ ਖਜ਼ਾਨੇ ਜਿਹੜੇ ਸਾਡੇ ਆ ਉਸ ਤੇ ਵੀ ਨਜ਼ਰ ਮਾਰੋ। ਔਰ ਚੰਨੀ ਸਾਹਿਬ ਵਿੱਚ ਕੀ ਕਹਿੰਦੇ ਆ, ਉਹ ਕਹਿੰਦੇ ਮੈਨੂੰ ਇਕਨੋਮੀ ਬਾਰੇ ਪੂਰਾ ਗਿਆਨ ਆ, ਮੈਨੂੰ ਪਤਾ ਕਿ ਸਰਕਾਰ ਦੇ ਖਰਚੇ ਆ, ਜਿਹੜਾ ਐਕਸਪੈਂਡੀਚਰ ਆ ਉਹਨੂੰ ਕਿੱਦਾਂ ਘਟਾਉਣਾ, ਤੇ ਜਿਹੜਾ ਸਾਡਾ ਟੈਕਸ ਦਾ ਦਾਇਰਾ ਉਹਨੂੰ ਕਿੱਦਾਂ ਵਧਾਉਣਾ, ਤੇ ਨਾਲ ਨਾਲ ਉਹਦੀ ਕਲੈਕਸ਼ਨ ਕਿੱਦਾਂ ਕਰਨੀ। ਦੇਖੋ ਇਹ ਗੱਲੇ ਸਾਨੂੰ ਆંકੜਿਆਂ ਚ ਨਾ ਉਲਝਾਉਣ, ਲੋਕਾਂ ਨੂੰ ਦੱਸਣ ਕਿ ਲੋਕ ਭਲਾਈ ਦੇ ਕੰਮ ਕਰਨੇ ਆ ਜਾਂ ਵੈਲਫੇਅਰ ਦੇ ਕੰਮ ਕਰਨੇ ਆ। ਉਹ ਜਿਹੜੀ ਰਾਹਤ ਆ ਇਹ ਨਾ ਹੋਵੇ ਕਿ ਸਿਰਫ ਮਹੀਨੇ ਤੱਕ ਲੋਕਾਂ ਨੂੰ ਰਾਹਤ ਮਿਲੇ ਤੇ ਜਿਹੜੀ ਨਵੀਂ ਸਰਕਾਰ ਆ ਆਉਂਦੇ ਬੰਦ ਕਰ ਦਿਓ ਤਾਂ ਕਹਿੰਦੇ ਕਵੇ ਕਿ ਖਜ਼ਾਨਾ ਹੀ ਖਾਲੀ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ। ਆਪਣੀ ਸਰਕਾਰ ਨੂੰ ਇੱਕ ਤਰ੍ਹਾਂ ਦਾ ਲੀਸ਼ ਤੇ ਰੱਖਣਾ ਜਿਵੇਂ ਕਹਿੰਦੇ ਆ, ਉਸ ਨੂੰ ਬਿਲਕੁਲ ਚੇਤਨਾ ਦੇਣੀ ਜ਼ਰੂਰੀ ਆ, ਲੇਕਿਨ ਨਾਲ ਦੀ ਨਾਲ ਅੰਕੜੇ ਦਰੁਸਤ ਕਰਕੇ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕੀ ਅਸੀਂ ਸਹੀ ਫੈਸਲੇ ਲੈ ਰਹੇ ਹਾਂ। ਜੀ ਮਨਪ੍ਰੀਤ ਜੀ, ਮੈਂ ਜੇ ਥੋੜਾ ਜਿਹਾ ਪਿਛਾਂ ਜਾਵਾਂ ਕਿਉਂਕਿ ਮੇਰੀ ਕੁੰਡੀ ਉੱਥੇ ਫਸੀ ਹੋਈ ਆ 31,000 ਕਰੋੜ ਦਾ ਜਿਹੜਾ ਮਾਮਲਾ, ਕਿਉਂਕਿ ਮੈਨੂੰ ਨੋਟ ਕੀਤਾ ਸੀ। ਗੱਲ ਇਹ ਸੀ ਕਿ 16 ਮਾਰਚ ਨੂੰ ਸਰਕਾਰ ਬਣੀ ਸੀ ਪਿਛਲੀ, 11 ਨੂੰ ਨਤੀਜੇ ਆਏ ਸੀਗੇ, ਔਰ 6 ਮਾਰਚ ਨੂੰ 31,000 ਕਰੋੜ ਦਾ ਫੈਸਲਾ ਕੇਂਦਰ ਨਾਲ ਸਹਿਮਤੀ ਬਣੀ ਸੀ। ਮਤਲਬ ਸਰਕਾਰ ਨਵੀਂ ਹੋਂਦ ਚ ਆਉਣ ਤੋਂ ਪਹਿਲਾਂ ਪਹਿਲੀ ਸਰਕਾਰ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਸੀ, ਉਸ ਵੇਲੇ ਇਹ ਫੈਸਲਾ ਹੋਇਆ ਕਿ ਇਹ 31,000 ਕਰੋੜ ਜਿਹੜਾ ਪਹਿਲਾਂ ਸਿਧਾਂਤਕ ਤੌਰ ਤੇ ਮੰਨ ਲਿਆ ਗਿਆ ਸੀ ਕਿ ਇਹਨੂੰ 3 ਹਿੱਸਿਆਂ ਚ ਵੰਡ ਦਿਓ, ਇੱਕ ਹਿੱਸਾ ਬੈਂਕਾਂ ਨੂੰ ਚਲੇ ਜਾਵੇ ਕਿਉਂਕਿ ਇਹ ਤੇ ਖਰੀਦ ਨਾਲ ਸੰਬੰਧਿਤ ਸੀ, ਜਿਹੜੇ ਇੱਧਰ ਉੱਧਰ ਗੱਲਾਂ ਹੋਈਆਂ ਸੀਗੀਆਂ। ਇੱਕ ਹਿੱਸਾ ਲਗਭਗ 9,000 ਕੁਝ ਕਰੋੜ ਜਿਹੜੇ ਆ ਬੈਂਕ ਬਰਦਾਸ਼ਤ ਕਰਨ, FCI ਤੀਜਾ ਹਿੱਸਾ ਕਰੇ, ਔਰ ਤੀਜਾ ਹਿੱਸਾ ਪੰਜਾਬ ਸਰਕਾਰ ਦੇ ਜਿੰਮੇ ਪੈਣਾ ਸੀਗਾ। ਔਰ ਜਦੋਂ ਇਹ ਪ੍ਰਧਾਨ ਮੰਤਰੀ ਕੋਲ ਜਾਂਦੇ ਆ, ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਉਦੋਂ ਦੇ ਉਹਨਾਂ ਦੇ ਦਮਾਦ ਜਿਹੜੇ ਫੂਡ ਸਪਲਾਈ ਦੇ ਸੀਗੇ ਆਦੇਸ਼ ਪ੍ਰਤਾਪ, ਨਾਲ ਉਹਨਾਂ ਦੇ ਵਿੱਤ ਮੰਤਰੀ ਪਰਮਿੰਦਰ ਢੀਂਡਸਾ, ਤੇ ਪੰਜਾਬ ਦੇ ਮੁੱਖ ਸਕੱਤਰ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦੇ ਆ ਤੇ ਮੁੱਖ ਸਕੱਤਰ ਸਾਹਿਬ ਤਤਕਾਲੀ, ਮੈਂ ਨਾਂ ਨਹੀਂ ਲੈਂਦਾ, ਉਹ ਗੱਲ ਸ਼ੁਰੂ ਕਰਦੇ ਆ, ਗੱਲ ਕਰਦੇ ਰਹਿੰਦੇ ਆ, ਲੇਕਿਨ ਵਿੱਚੋਂ ਪ੍ਰਧਾਨ ਮੰਤਰੀ ਸਾਹਿਬ ਭੜਕ ਜਾਂਦੇ ਆ। ਔਰ ਭੜਕ ਕੇ ਜਦੋਂ ਉਹ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਦੀ ਗੱਲ ਕਰਦੇ ਆ, ਮਾਹੌਲ ਬੜਾ ਤਲਖ ਹੋ ਜਾਂਦਾ, ਜਿੱਥੋਂ ਮੁੜ ਕੇ ਬਾਦਲ ਸਾਹਿਬ ਕਹਿੰਦੇ ਜੀ ਕਰ ਦਿਓ ਜੀ, ਪ੍ਰਧਾਨ ਮੰਤਰੀ ਸਾਹਿਬ ਕਰ ਦਿਓ ਜੀ, ਲੇਕਿਨ ਉਹ ਕਹਿੰਦੇ ਜੀ ਬਾਦਲ ਸਾਹਿਬ ਇਹ ਨਹੀਂ ਹੋਣਾ। ਬੜੀ ਪਰੇਸ਼ਾਨੀ ਹੁੰਦੀ ਆ। ਮੁੜ ਕੇ ਸਾਰੀ ਟੀਮ ਜਿਹੜੀ ਜਦੋਂ ਵਾਪਸ ਆਉਂਦੀ ਆ ਤੇ ਆਉਂਦਿਆਂ ਗੱਡੀ ਦੇ ਵਿੱਚ ਬਹਿ ਕੇ ਮੁੱਖ ਸਕੱਤਰ ਸਾਹਿਬ ਕਹਿੰਦੇ ਦੇਖੋ ਜੀ ਮੈਨੂੰ ਤਾਂ ਨਹੀਂ ਸੁਣਾਇਆ, ਮੈਨੂੰ ਤਾਂ ਨਹੀਂ ਇਹ ਗੱਲ ਕਹੀ ਗਈ, ਸੁਣਾਇਆ ਤੇ ਬਾਦਲ ਸਾਹਿਬ ਨੂੰ ਗਿਆ। ਫਿਰ ਸੁਖਬੀਰ ਦੀ ਕੋਠੀ 'ਚ ਗੱਲ ਹੁੰਦੀ ਹੈ ਕਿ ਗੱਲ ਬਾਹਰ ਨਾ ਜਾਵੇ, ਲੇਕਿਨ ਉਸ ਤੋਂ ਬਾਅਦ ਆਨੰਦ ਫਾਨੰਦ 'ਚ ਅਰੁਣ ਜੇਟਲੀ ਜੀ ਨੂੰ ਮਿਲਿਆ ਜਾਂਦਾ, ਜਿਹੜੇ ਕਹਿੰਦੇ ਜੀ ਇਹਦਾ ਇੱਕੋ ਹੀ ਹੱਲ ਆ ਕਿ ਆਪਾਂ ਕਾਹਲੀ ਦੇ ਵਿੱਚ ਇਹਨੂੰ ਤੁਹਾਡੇ ਤੇ ਕਰਜ਼ੇ ਦੇ ਰੂਪ 'ਚ ਇਹਨੂੰ ਬਰਦਾਸ਼ਤ ਕਰ ਲਓ, ਇਹ ਸਹਿਮਤੀ ਬਣਾ ਲਈਏ ਤਾਂ ਕਿ ਗੱਲ ਮੁਕਾਈਏ, ਅਗਲੇ ਬੰਨੇ ਸਰਕਾਰ ਪਤਾ ਨਹੀਂ ਕੀ ਹੋਣਾ ਕੀ ਨਹੀਂ, ਤੇ ਤੁਸੀਂ ਆਪਣੇ ਜਾਂਦੇ ਜਾਂਦੇ ਇਸ ਮਾਮਲੇ ਨੂੰ ਨਿਬੇੜ ਜੋ, ਮਤਾ ਆਉਂਦੀ ਸਰਕਾਰ ਆਉਂਦਿਆਂ ਹੀ ਖੋਲ ਕੇ ਬਹਿ ਜੇ। ਸੋ ਕਾਲੀ ਦੇ ਵਿੱਚ ਉਹ ਪੰਜਾਬ ਸਰਕਾਰ ਦੇ ਸਿਰ ਪਾਤਾ ਗਿਆ, ਜਿਹਦੀ ਸਿਧਾਂਤਕ ਜ਼ਿੰਮੇਵਾਰੀ ਬਣ ਗਈ ਸੀ ਕਿ 3 ਹਿੱਸਿਆਂ 'ਚ ਵੰਡਿਆ ਜਾਵੇ। ਫਿਰ ਅਸੀਂ ਤੀਜੇ ਹਿੱਸੇ 9,500 ਕਰੋੜ ਦੀ ਜਾਂਚ ਕਰਾਉਂਦੇ ਵੀ ਕਿਹਦੀ ਗਲਤੀ ਆ, ਕਿਹੜੀ ਏਜੰਸੀ ਇਹਦੇ 'ਚ ਜ਼ਿੰਮੇਵਾਰ ਆ। ਸਾਡੀਆਂ ਇੱਥੇ 3-4 ਜਿਹੜੀਆਂ ਪ੍ਰੋਕਿਉਰਮੈਂਟ 'ਚ ਪਈਆਂ ਨੇ ਉਹਨਾਂ ਦੀ ਆ, ਜਾਂ ਕਿਸੇ IAS ਅਫਸਰ ਦੀ ਆ, ਜਾਂ ਕਿਸੇ ਮੰਤਰੀ ਦੀ ਆ, ਜਾਂ ਪੰਜਾਬ ਸਰਕਾਰ ਦੇ ਪੱਧਰ ਤੇ ਕੁਝ ਹੋਇਆ। ਖੈਰ ਮੈਂ ਸਿੱਧੂ ਸਾਹਿਬ ਨੂੰ ਕਹੂੰਗਾ ਕਿ ਜੇਕਰ ਤੁਸੀਂ ਪਹਿਲੀ ਕੈਬਨਿਟ ਦੇ ਵਿੱਚ ਇਹ ਫੈਸਲਾ ਕਰ ਲਿਆ ਸੀ ਇਹਦੀ ਜਾਂਚ ਕਰਾਉਣੀ ਆ ਤੇ ਹੁਣ ਤੱਕ ਕਰਾਈ ਕਿਉਂ ਨਹੀਂ, ਹੁਣ ਤਾਂ ਫਿਰ ਅਗਲੀ ਸਰਕਾਰ ਆ ਚੱਲੀ ਆ। ਖੈਰ ਮੈਂ ਇਸ ਤੋਂ ਅੱਗੇ ਜਾਊਂਗਾ। ਹੁਣ ਜੀ ਜਿਹੜਾ ਸਿੱਧੂ ਸਾਹਿਬ ਆਪਣੀ ਸਰਕਾਰ ਤੇ ਹਮਲਾ ਕਰ ਰਹੇ ਆ, ਤੁਹਾਨੂੰ ਲੱਗਦਾ ਹੈ ਕਿ ਦੋਵਾਂ ਦੇ ਵਿੱਚ ਮਤਭੇਦ ਵਧਣਗੇ ਔਰ ਪੰਜਾਬ ਕਾਂਗਰਸ ਦੇ ਅੰਦਰ ਇੱਕ ਵਾਰੀ ਫਿਰ ਪੰਗੇਬਾਜ਼ੀ ਹੋਊਗੀ ਔਰ ਪੰਜਾਬ ਕਾਂਗਰਸ ਹੀ ਮੁੱਖ ਵਿਰੋਧੀ ਧਿਰ ਤੇ ਮੁੱਖ ਸੱਤਾਧਾਰੀ ਧਿਰ ਹੋ ਜਾਊਗੀ, ਦੂਜੇ ਅਜੇ ਪਾਸੇ ਹੀ ਰਹਿਣਗੇ? ਕੀ ਕਹਿੰਦੇ ਹੋ? ਟਿੱਪਣੀ।
ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਕਿਨ ਮੈਂ ਇਹਦੇ ਵਿੱਚ ਥੋੜੀ ਜੀ ਆਪਣੀ ਰਾਏ ਵੱਖਰੀ ਰੱਖਦਾ ਕਿ ਜਿਹੜੇ ਆਪਸ ਦੇ ਵਿੱਚ ਚਾਹੇ ਮਤਭੇਦ ਉਹਨੇ ਨਾ ਉਭਰਨ, ਇਹ ਜੀ। ਜਿਹੜੀ ਤੁਸੀਂ ਦੂਸਰੀ ਗੱਲ ਕਹੀ ਹੈ ਨਾ, ਇਹ ਬੜੀ ਵਾਜਬ ਆ। ਜੇ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਪੰਜਾਬ ਸਰਕਾਰ ਹੀ ਜਿਹੜੀ ਮੁੱਖ ਜਿਹੜੀ ਆਪੋਜੀਸ਼ਨ ਪਾਰਟੀ ਵੀ ਬਣਨਾ ਚਾਹੁੰਦੀ ਆ, ਵਿਰੋਧੀ ਧਿਰ ਵੀ ਬਣਨਾ ਚਾਹੁੰਦੀ ਹੈ ਤੇ ਸੱਤਾਧਾਰੀ ਧਿਰ ਵੀ ਬਣਨਾ ਚਾਹੁੰਦੀ ਆ। ਜਿਹੜਾ ਕੰਮ ਵਿਰੋਧੀ ਪਾਰਟੀਆਂ ਨੇ ਕਰਨਾ, ਸਵਾਲ ਖੜੇ ਕਰਨੇ ਆ, ਉਹ ਕਹਿੰਦੇ ਆਪ ਹੀ ਖੜੇ ਕਰ ਲਓ ਤਾਂ ਕਿ ਉਹਨਾਂ ਕੋਲੇ ਕਿਸੇ ਤਰ੍ਹਾਂ ਦਾ ਕੋਈ ਮੌਕਾ ਹੀ ਨਾ ਬਚੇ। ਸੋ ਇਹ ਗੱਲ ਬੜੀ ਵਾਜਬ ਆ। ਔਰ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਸਿਰਫ ਇੱਕ ਲਾਈਨ ਚ ਉਹਦਾ ਖਤਮ ਕਰੂੰਗਾ। ਮੈਨੂੰ ਬਿਲਕੁਲ ਯਾਦ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਜਾਂਦੇ ਨੇ ਨਰਿੰਦਰ ਮੋਦੀ ਹੋਣਾ ਕੋਲੋਂ, ਉਹ ਉਸੇ ਤਰ੍ਹਾਂ ਜਾਂਦੇ ਨੇ ਜਿਸ ਟਾਈਮ ਕਿਸੇ ਵੇਲੇ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਇੰਦਰ ਕੁਮਾਰ ਗੁਜਰਾਲ, ਉਹਨਾਂ ਤੋਂ ਪੰਜਾਬ ਦਾ ਕਰਜ਼ਾ ਜਦੋਂ ਮਾਫ ਕਰਾਉਣ ਗਏ ਸੀ ਤੇ ਕਿਹਾ ਸੀ ਤੇ ਆ ਕੇ ਵੀ ਇਹਨਾਂ ਨੇ ਮਾਫ ਕਰਤਾ। ਲੇਕਿਨ ਜਦੋਂ 31,000 ਕਰੋੜ ਦੀ ਗੱਲ ਹੁੰਦੀ ਹੈ, ਜਿਸ ਤਰ੍ਹਾਂ ਸਾਡੀ ਪ੍ਰੋਕਿਉਰਮੈਂਟ ਏਜੰਸੀਆਂ ਦਾ, ਤੁਹਾਨੂੰ ਪਤਾ ਹੀ ਹੈ, ਇਹਦੇ ਵਿੱਚ ਥੋੜੀ ਜਿਹੀ ਲੰਬੀ ਗੱਲ ਹੋ ਜਾਣੀ ਹੈ ਕਿ ਕਿਸ ਤਰ੍ਹਾਂ ਇਹ ਐਡਜਸਟਮੈਂਟਸ ਹੁੰਦੀਆਂ ਨੇ। ਸਾਡੇ ਤੋਂ ਜਿਹੜੀ ਹੈ ਫਸਲਾਂ ਖਰੀਦੀਆਂ ਜਾਂਦੀਆਂ ਤੇ ਉਸ ਦੇ ਹਿਸਾਬ ਨਾਲ ਜਿਹੜੇ ਸਾਡੇ ਅਕਾਊਂਟਸ ਆ ਉਹ ਬੈਲੈਂਸ ਕੀਤੇ ਜਾਂਦੇ ਨੇ। ਖੈਰ ਇਹ ਮਸਲਾ ਬਾਅਦ ਦਾ, ਲੇਕਿਨ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ। ਇਹ ਜਿਹੜੀ ਨਵਜੋਤ ਸਿੰਘ ਸਿੱਧੂ ਆ ਜੋ ਕਰ ਰਹੇ ਆ, ਉਹ ਮੈਨੂੰ ਲੱਗਦਾ ਦੋਨੇ ਹੀ ਜਿਹੜੇ ਆ ਉਹ ਆਪਣੇ ਉਹ ਜਿਹੜੇ ਰੁੱਖ ਆ ਜਾਂ ਦੋਨੇ ਰੋਲ ਨਿਭਾ ਰਹੇ ਆ। ਤੇ ਉਹਨਾਂ ਨੂੰ ਲੱਗਦਾ ਕਿ ਜਿਹੜੀ ਜ਼ਮੀਨ ਜਿਹੜੀ ਆਮ ਆਦਮੀ ਪਾਰਟੀ ਨੇ ਖਾਣੀ ਆ ਜਾਂ ਜਿਹੜੀਆਂ ਗੱਲਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਕਰਨੀਆਂ, ਉਹ ਮੈਂ ਹੀ ਕਰਦਾ। ਸੋ ਇਸ ਕਰਕੇ ਹੋ ਸਕਦਾ ਇਹ ਕਾਂਗਰਸ ਦੀ ਸਟ੍ਰੈਟਜੀ ਵੀ ਹੋਵੇ, ਕਿਉਂਕਿ ਇੰਨੀ ਜਲਦੀ ਇੱਕ ਦਿਨ ਪਹਿਲਾਂ ਜਦੋਂ ਦੋਨੇ ਜਾਣੇ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋ ਕੇ ਗੱਲਾਂ ਕਰਦੇ ਨੇ ਤੇ ਅਗਲੇ ਦਿਨ ਹੀ ਇਸ ਤਰ੍ਹਾਂ ਦੀਆਂ ਸਟੇਟਮੈਂਟ ਆਉਣੀਆਂ, ਕੋਈ ਇਹਦੇ ਵਿੱਚ ਦੋ ਰਾਏ ਨਹੀਂ ਕਿ ਹੋ ਸਕਦਾ ਇਹ ਇੱਕ ਸਟ੍ਰੈਟਜੀ ਦਾ ਹਿੱਸਾ ਵੀ ਹੋਵੇ। ਫਿਰ ਇਹਨੂੰ ਦਿਖਾਵੇ ਦੀ ਰਾਜਨੀਤੀ ਕਵਾਂਗੇ। ਨਵਜੋਤ ਸਿੰਘ ਸਿੱਧੂ ਵੀ ਉਹਨਾਂ ਰਵਾਇਤੀ ਪੋਲੀਟੀਸ਼ੀਅਨ ਵਰਗੇ ਹੋ ਗਏ ਜਿਹੜੇ ਸੱਚਮੁੱਚ ਹੀ ਖਬਰਾਂ 'ਚ ਰਹਿਣ ਲਈ, ਆਪਣੀ ਜ਼ਮੀਨ ਬਚਾਈ ਰੱਖਣ ਲਈ ਸਿਰਫ ਸਿਆਸਤ ਦੀ ਖਾਤਰ ਸਿਆਸਤ ਕਰ ਰਿਹਾ। ਪੰਜਾਬ ਦੇ ਮੁੱਦੇ ਮਾਈਨਸ ਹੋ ਜਾਣਗੇ ਜਦੋਂ ਨਵੀਂ ਸਰਕਾਰ ਹੋਂਦ ਵਿੱਚ ਆਉਂਦੀ ਆ, ਤੇ ਫਿਰ ਅਗਲੀ ਟਰਮ ਹੋਊਗੀ ਉਹਦੇ ਪਿਛਲੇ 6 ਮਹੀਨਿਆਂ 'ਚ ਇਹੋ ਜਿਹਾ ਰੋਲ ਘਚੋਲਾ ਦੇਖਾਂਗੇ ਜਿੱਥੇ ਪੰਜਾਬ ਦੇ ਲੋਕ ਤੇ ਉਹਦੇ ਮੁੱਦੇ ਦਿਸਣਗੇ। ਇਹਦਾ ਮਤਲਬ ਸਭ ਕੁਝ ਸਿਰਫ ਲਿਫਾਫੇਬਾਜ਼ੀ। ਰੰਧਾਵਾ ਜੀ, ਇੱਕ ਇਹਦਾ ਪਹਿਲੂ ਹੋਰ ਵੀ ਹੋ ਸਕਦਾ, ਉਸ ਤੇ ਵੀ ਆਪਾਂ ਵਿਚਾਰਨਾ। ਬਿਲਕੁਲ, ਜਿੱਥੇ ਇੱਕ ਦਿਖਾਵਾ ਹੁੰਦਾ, ਦੂਸਰੇ ਪਾਸੇ ਕਾਂਗਰਸ ਨੂੰ ਇਸ ਟਾਈਮ ਬੜੀ ਉਮੀਦ ਆ ਕਿ ਉਹ ਸ਼ਾਇਦ ਇਸ ਸਰਕਾਰ ਨੂੰ ਦੁਬਾਰਾ ਬਣਾ ਲੈਣ, ਇਸ ਦੇ ਵਿੱਚ ਉਹ ਕਾਮਯਾਬ ਹੋ ਜਾਣ। ਕਿਉਂਕਿ ਬਾਕੀ ਜਿਹੜੀਆਂ ਧਿਰਾਂ, ਚਾਹੇ ਆਮ ਆਦਮੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ, ਲੱਗੀਆਂ ਤਾਂ ਉਹ ਵੀ ਹੋਈਆਂ, ਲੇਕਿਨ ਕਾਂਗਰਸ ਨੂੰ ਇਹ ਵੀ ਲੱਗਦਾ ਕਿ ਜੇ ਅਸੀਂ ਦੁਬਾਰਾ ਸਰਕਾਰ ਬਣਾ ਲਈ ਤੇ ਜਿਹੜੇ ਇਹ ਵਾਅਦੇ ਅਸੀਂ ਕੀਤੇ ਆ, ਜੋ ਅਸੀਂ ਐਲਾਨ ਕੀਤੇ ਆ, ਕੀ ਇਸ ਨੂੰ ਅਸੀਂ ਕੰਟੀਨਿਊ ਰੱਖ ਪਾਵਾਂਗੇ। ਆਪਣੇ ਆਪ ਨੂੰ ਤਾੜਨਾ ਦੇਣੀ, ਆਪਣੇ ਆਪ ਨੂੰ ਚੇਤਾਵਨੀਆਂ ਦੇਣੀਆਂ, ਉਹ ਵੀ ਕਾਂਗਰਸ ਨੂੰ ਕਿਤੇ ਨਾ ਕਿਤੇ ਪਤਾ ਕਿ ਜੇ ਸਰਕਾਰ, ਕਿਉਂਕਿ ਇਸ ਟਾਈਮ ਹਜੇ ਤੱਕ ਕੋਈ ਕਲੈਰਿਟੀ ਨਹੀਂ ਹੈ। ਵੱਖਰੇ ਵੱਖਰੇ ਸਰਵੇ ਜ਼ਰੂਰ ਆ ਰਹੇ ਆ, ਕੋਈ ਕਿਸੇ ਪਾਰਟੀ ਨੂੰ ਅੱਗੇ ਦਿਖਾ ਰਿਹਾ, ਕਿਸੇ ਨੂੰ ਪਿੱਛੇ ਦਿਖਾ ਰਿਹਾ, ਲੇਕਿਨ ਜਿਉਂ-ਜਿਉਂ ਸਮਾਂ ਨੇੜੇ ਆਏਗਾ ਤਦ ਤੱਕ ਸਾਨੂੰ ਕਲੈਰਿਟੀ ਮਿਲੇਗੀ। ਲੇਕਿਨ ਇਹ ਵੀ ਇੱਕ ਗੱਲ ਹੋ ਸਕਦੀ ਹੈ ਕਿ ਹੋ ਸਕਦਾ ਕਿ ਜਦੋਂ ਦੁਬਾਰਾ ਸਰਕਾਰ ਬਣਦੀ ਆ, ਕੀ ਅਸੀਂ ਇਸ ਤਰ੍ਹਾਂ ਦੇ ਐਲਾਨਾਂ ਨੂੰ ਜਾਰੀ ਰੱਖ ਸਕਾਂਗੇ, ਕੀ ਸਾਡੇ ਤੇ ਵਾਧੂ ਬੋਝ ਨਹੀਂ ਪਏਗਾ। ਆਪਣੇ ਆਪ ਨੂੰ ਚੇਤਾਵਨੀ ਦੇਣ ਦੀ ਵੀ ਔਰ ਆਪਣੀ ਸਰਕਾਰ ਨੂੰ ਇੱਕ ਤਰ੍ਹਾਂ ਬਿਲਕੁਲ ਲੀਹ ਤੇ ਰੱਖਣ ਵਾਲੀ ਗੱਲ ਵੀ ਹੋ ਸਕਦੀ ਹੈ। ਬਿਲਕੁਲ, ਔਰ ਨਾਲ ਦੀ ਨਾਲ ਜੇ ਅਸੀਂ ਦੇਖਦੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਤਾਂ ਦਿੱਤਾ, ਪਰ ਉਹਨਾਂ ਨੇ ਹੁਣ ਆਪਣੀ ਨਵੀਂ ਪਾਰਟੀ ਲਈ ਐਪਲੀਕੇਸ਼ਨ ਮੂਵ ਕਰਤੀ ਹੈ। ਛੋਟੀ ਜਿਹੀ ਟਿੱਪਣੀ ਉੱਤੇ ਦੇਖੋ, ਬੜੀ ਦੇਰ ਤੋਂ ਕੈਪਟਨ ਸਾਹਿਬ ਲੱਗੇ ਹੋਏ ਸੀ, ਪੰਜਾਬ ਕਾਂਗਰਸ ਜਿਹੜੀ ਪਾਰਟੀ ਉਹ ਬਣਾ ਰਹੇ ਆ, ਪੰਜਾਬ ਲੋਕ ਕਾਂਗਰਸ ਜਿਹੜੀ ਸਰਕਾਰ ਉਹ ਆਪਣੀ ਮਾਫ ਕਰਨਾ ਜਿਹੜੀ ਪਾਰਟੀ ਬਣਾ ਰਹੇ ਆ। ਦੇਖੋ, ਕਾਫੀ ਦੇਰ ਤੋਂ ਉਹਨਾਂ ਨੇ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਸਿੰਬਲ ਵੀ ਲੈਣਾ ਇਸ ਵੱਲ, ਲੇਕਿਨ ਮੈਨੂੰ ਇਹ ਵੀ ਲੱਗ ਰਿਹਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਹਲਕੀ ਜਿਹੀ ਦੇਰੀ ਆ ਰਹੀ ਹੈ, ਕਿਉਂਕਿ ਚੋਣਾਂ ਬਿਲਕੁਲ ਸਿਰ ਤੇ ਖੜੀਆਂ, ਹੁਣ 2 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ। ਕਦੋਂ ਪਾਰਟੀ ਬਣਦੀ ਆ, ਕਦੋਂ ਉਹਨਾਂ ਨੂੰ ਸਿੰਬਲ ਮਿਲਦਾ, ਕਿਉਂਕਿ ਹਜੇ ਤੱਕ ਜਿੰਨੀਆਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਹੋਈਆਂ, ਕੋਈ ਉਹਨਾਂ ਦੇ ਨਾਲ ਆ ਕੇ ਖੜਾ ਵੀ ਨਹੀਂ ਹੁੰਦਾ। ਬਹੁਤ ਸਾਰੇ ਕਿਆਸੇ ਲਾਏ ਗਏ ਸੀ ਕਿ ਬੜੇ ਨਾਲ ਉਹਨਾਂ ਦੇ ਕਾਂਗਰਸ ਦੇ ਐਮਐਲਏ ਚਲੇ ਜਾਣਗੇ। ਮੈਨੂੰ ਲੱਗਦਾ ਇਹਦੇ ਵਿੱਚ ਦੇਰੀ ਵੀ ਆ, ਤੇ ਜੇ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਹੋਰ ਦੇਰੀ ਨਾਲ ਦਿੰਦਾ ਤੇ ਫਿਰ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਲਈ ਥੋੜਾ ਮੁਸ਼ਕਿਲ ਹੋ ਜਾਏਗਾ ਮੇਨ ਸਟ੍ਰੀਮ ਦੇ ਵਿੱਚ ਆ ਕੇ ਦੁਬਾਰਾ ਇਸ ਪਾਰਟੀ ਨੂੰ, ਯਾਨੀ ਕਿ ਪਹਿਲੀ ਗੱਲ ਤਾਂ ਪਹਿਲਾਂ ਪਾਰਟੀ ਬਣੀ ਤੇ ਫਿਰ ਉਹਨੂੰ ਖੜਾ ਕਰਨਾ ਬੜਾ ਮੁਸ਼ਕਿਲ ਹੋ ਜਾਏਗਾ। ਜੀ, ਸਮਾਂ ਬਹੁਤ ਥੋੜਾ। ਲੇਕਿਨ ਇੱਕ ਖਬਰ ਹੋਰ ਜਾਂਦੇ ਜਾਂਦੇ ਛੋਟੀ ਜੀ ਲੈ ਲਈਏ, ਮੈਂ ਛੋਟੀ ਤਾਂ ਨਹੀਂ ਕਹੂੰਗਾ, ਖਬਰ ਤਾਂ ਪੰਜਾਬ ਲਈ ਬੜੀ ਵੱਡੀ ਹੈ। ਸੁਖਪਾਲ ਸਿੰਘ ਖਹਿਰਾ ਇੱਕ ਪੰਜਾਬ ਦੀ ਰਾਜਨੀਤੀ ਦਾ ਵੋਕਲ ਫੇਸ ਹੈ, ਜਿਹੜਾ ਹਰ ਮੁੱਦੇ ਤੇ ਬੋਲਦਾ, ਬਿਨਾਂ ਝਿਜਕ ਬੋਲਦਾ, ਲਗਾਤਾਰ ਬੋਲ ਰਿਹਾ। ਉਹਨੂੰ ਹਿਰਾਸਤ ਮਿਲੀ ਹੋਈ ਆ ਉਹ ਈਡੀ ਦੀ ਉਹਦੀ, ਲੇਕਿਨ ਉੱਥੇ ਸੁਣਿਆ ਉਹਦਾ ਭੁੱਖ ਹੜਤਾਲ ਦਾ ਮਾਮਲਾ ਚੱਲ ਰਿਹਾ, ਉਹਨਾਂ ਦੇ ਪੁੱਤਰ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ, ਤਕਲੀਫ ਚ ਮਹਿਸੂਸ ਕੀਤਾ ਜਾ ਰਿਹਾ ਪਰਿਵਾਰ। ਪਰ ਇੱਕ ਚੀਜ਼ ਜਿਹੜੀ ਸਭ ਤੋਂ ਦੁਖਦਾਈ ਹੈ ਕਿ ਠੀਕ ਆ, ਕੇਂਦਰ ਬੜਾ ਜ਼ੋਰਾਵਰ ਆ, ਉਹ ਜੋ ਮਰਜ਼ੀ ਕਰ ਸਕਦਾ ਹੈ, ਲੇਕਿਨ ਪੰਜਾਬ ਵਾਲਿਆਂ ਨੂੰ ਕੀ ਸੱਪ ਸੁੰਘ ਗਿਆ। ਖਹਿਰੇ ਦੇ ਹੱਕ 'ਚ ਨਾ ਕਾਂਗਰਸ ਪਾਰਟੀ ਖੜੀ ਹੋਈ, ਨਾ ਕੋਈ ਹੋਰ
ਹੋ ਸਕਦਾ ਇੰਜ ਲੱਗਦਾ ਹੋਵੇ ਕਿ ਇਹਨਾਂ ਤੇ ਇਲਜ਼ਾਮ ਸੰਗੀਨ ਆ, ਅਸੀਂ ਇਹਦੀ ਮਦਦ ਕਰਦੇ ਕਰਦੇ ਇੰਜ ਨਾ ਲੱਗੀਏ ਵੀ ਅਸੀਂ ਗੁਨਾਹਗਾਰ ਦੇ ਨਾਲ ਆ। ਪਰ ਇਹ ਤਾਂ ਦੋਸ਼ ਸਾਬਤ ਹੋਣ ਤੋਂ ਬਾਅਦ ਹੁੰਦਾ ਕਿ ਕੌਣ ਗੁਨਾਹਗਾਰ ਕੌਣ ਨਹੀਂ। ਆ ਚੋਣ ਫੰਡ ਤਾਂ ਸਾਰੇ ਵਿਦੇਸ਼ਾਂ ਚੋਂ ਲਿਆਉਂਦੇ ਰਹੇ ਆ, ਕੋਈ ਥੋੜਾ ਲਿਆਉਂਦਾ ਕੋਈ ਬਹੁਤਾ ਲਿਆਉਂਦਾ, ਲੇਕਿਨ ਜਿਹੜਾ ਘਿਰ ਗਿਆ, ਉਹ ਕੱਲਾ ਪੈ ਗਿਆ। ਖਹਿਰਾ ਕਦੇ ਪੰਜਾਬ ਦੀ ਗੱਲ ਕਰਦਾ ਕਰਦਾ ਅੱਜ ਐ ਆਈਸੋਲੇਟ ਹੋਇਆ ਖੜਾ। ਤੇ ਟਿੱਪਣੀ ਦਿਓਗੇ ਮੈਨੂੰ, ਭੁੱਖ ਹੜਤਾਲ ਕੜਾ ਉਤਾਰਨ ਨੂੰ ਲੈ ਕੇ ਆ, ਲੇਕਿਨ ਸਵਾਲ ਉਸ ਤੋਂ ਵੀ ਵੱਡਾ ਹੈ ਕਿ ਸਭ ਤੋਂ ਜ਼ਿਆਦਾ ਤਕਲੀਫ ਤੇ ਹੁੰਦਾ ਹੈ ਬੰਦੇ ਦਾ ਕੱਲਾ ਪੈ ਜਾਣਾ। ਜੀ ਵਾਕਿਆ ਰੰਧਾਵਾ ਜੀ, ਤੁਹਾਡੀ ਇਹ 'ਚ ਕੋਈ ਦੋ ਰਾਏ ਨਹੀਂ ਹੈ। ਔਰ ਮੈਨੂੰ ਵੀ ਜਿਸ ਤਰ੍ਹਾਂ ਤੁਹਾਨੂੰ ਹੈਰਾਨੀ ਹੈ, ਦੇਖੋ ਨਵਜੋਤ ਸਿੰਘ ਸਿੱਧੂ ਪ੍ਰਧਾਨ ਨੇ ਔਰ ਕਾਂਗਰਸ ਦੇ ਵਿੱਚ ਹੀ ਸੁਖਪਾਲ ਸਿੰਘ ਖਹਿਰਾ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਮਾਰਫਤ ਨਾਲ ਆਏ ਹੋਣ, ਆਪਣੇ ਇੱਕ ਵਰਕਰ ਲਈ ਇੱਕ ਆਪਣੇ ਐਕਸ ਐਮਐਲਏ ਖੜਾ ਹੋਣਾ ਪਾਰਟੀ ਨੂੰ ਜ਼ਰੂਰ ਚਾਹੀਦਾ। ਔਰ ਤੁਸੀਂ ਦੇਖੋ ਹਜੇ ਤੱਕ ਸਿਰਫ ਰਵਨੀਤ ਸਿੰਘ ਬਿੱਟੂ, ਉਹਨਾਂ ਦੀ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ ਕਿ ਪਾਰਲੀਮੈਂਟ ਦਾ ਜਦੋਂ ਸੈਸ਼ਨ ਸ਼ੁਰੂ ਹੋਣਾ 29 ਨਵੰਬਰ ਨੂੰ, ਮੈਂ ਇਹ ਮੁੱਦਾ ਉੱਥੇ ਜਾ ਕੇ ਉਠਾਊਂਗਾ। ਬਾਕੀ ਸਾਨੂੰ ਨਾ ਜਿਵੇਂ ਸੀਐਮ ਨੇ ਚਰਨਜੀਤ ਸਿੰਘ ਚੰਨੀ, ਨਾ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਆਵਾਜ਼ ਉੱਠਦੀ ਹੈ, ਨਾ ਹੀ ਪਾਰਟੀ ਪ੍ਰਧਾਨ ਵੱਲੋਂ, ਜਿਨ੍ਹਾਂ ਦੀ ਇਹ ਮੈਨੂੰ ਲੱਗਦਾ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉਹਨਾਂ ਦਾ ਪਾਰਟੀ ਦਾ ਕੋਈ ਵਿਅਕਤੀ, ਕਿਉਂਕਿ ਅਸੀਂ ਗੱਲ ਤੇ ਕਹਿੰਦੇ ਹਾਂ ਕਿ ਈਡੀ ਦੀਆਂ ਏਜੰਸੀਆਂ, ਆਈਟੀ ਏਜੰਸੀਆਂ ਜਾਂ ਕੇਂਦਰ ਦੀਆਂ ਉਹ तमाम ਜਾਂਚ ਏਜੰਸੀਆਂ ਇੱਕ ਤਰ੍ਹਾਂ ਦਾ ਬਦਲੇ ਦੀ ਰਾਜਨੀਤੀ ਦੇ ਵਿੱਚ ਇਹ ਸਾਰਾ ਕੁਝ ਕਰਦੀਆਂ ਨੇ। ਕਿਉਂਕਿ ਸੁਖਪਾਲ ਸਿੰਘ ਖਹਿਰਾ ਹਜੇ ਤੱਕ ਕੋਈ ਨਾ ਕਨਵਿਕਸ਼ਨ ਆ, ਉਹਨਾਂ ਨੂੰ ਰਿਮਾਂਡ ਤੇ ਜ਼ਰੂਰ ਲਿਆ ਗਿਆ ਔਰ ਅੰਦਰ ਜੋ ਕਹਿ ਰਿਹਾ ਕਿ ਮੇਰੇ ਨਾਲ ਬੜਾ ਅਣਮਨੁੱਖੀ ਜਿਹੜਾ ਉਹ ਵਰਤਾਵਾ ਹੋ ਰਿਹਾ, ਤੇ ਇਸ ਨੂੰ ਉਹ ਚੈਲੰਜ ਵੀ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ। ਉਹਨਾਂ ਦੇ ਲੜਕੇ ਨੇ ਵੀ ਇਹ ਗੱਲ ਕਹੀ ਹੈ ਕਿ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਖਿਲਾਫ ਇੱਕ ਅਰਜ਼ੀ ਦਾਇਰ ਕਰਨਗੇ। ਲੇਕਿਨ ਜੋ ਕੁਝ ਵੀ ਹੋ ਰਿਹਾ, ਚਾਹੇ ਉਹ ਕੜੇ ਨੂੰ ਲੈ ਕੇ, ਚਾਹੇ ਕਿਸੇ ਚੀਜ਼ ਨੂੰ, ਜਿਵੇਂ ਉਹ ਭੁੱਖ ਹੜਤਾਲ ਤੇ ਬੈਠ ਗਏ ਨੇ, ਉਹਦੇ ਵਿੱਚ तमाम ਗੱਲਾਂ ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ। ਬਹੁਤ ਸਾਰੀਆਂ FIRs ਜਿਹੜੇ ਕੇਸ ਉਹਨਾਂ ਤੇ ਦਰਜ ਕੀਤੇ ਬਾਅਦ ਚ ਖਾਰਜ ਹੋਏ। ਹੋ ਸਕਦਾ ਕਿਸੇ ਰਾਜਨੀਤਿਕ ਪਾਰਟੀ ਨੂੰ ਉਹਨਾਂ ਦੀ ਜਿਹੜੀ ਕਨਸਟੀਟੂਐਂਸੀ ਆ ਭੁਲੱਥ, ਉਸ ਤੋਂ ਕੋਈ ਸਿਆਸੀ ਲਾਹਾ ਵੀ ਮਿਲਦਾ ਹੋਵੇ, ਇਹ ਗੱਲ ਠੀਕ ਆ। ਉਹਨਾਂ ਦੇ ਜਿਹੜੇ ਟਕਰਾਅ ਨੇ ਆਪਣੇ ਹੀ ਪਾਰਟੀ ਦੇ ਲੀਡਰ ਕਿਸੇ ਟਾਈਮ ਜਿਹੜੇ ਰਾਣਾ ਗੁਰਜੀਤ ਸਿੰਘ, ਉਹਨਾਂ ਨਾਲ ਵੀ ਰਹੇ ਆ। ਇਹ तमाम ਗੱਲਾਂ ਦੇ ਬਾਵਜੂਦ ਵੀ ਮੈਂ ਇਹ ਕਹਿਣਾ ਜ਼ਰੂਰ ਬਣਦਾ, ਔਰ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਪਾਰਟੀ ਨੂੰ ਆਪਣੇ ਸਿਪਾਹੀਆਂ ਦੇ ਨਾਲ, ਆਪਣੇ ਵਰਕਰਸ ਦੇ ਨਾਲ, ਆਪਣੇ ਸਾਬਕਾ MLA ਦੇ ਨਾਲ ਖੜਨ ਦੀ ਲੋੜ ਹੁੰਦੀ ਹੈ, ਜੋ ਸਾਨੂੰ ਇਸ ਵੇਲੇ ਨਜ਼ਰ ਨਹੀਂ ਆ ਰਹੀ। ਇੱਕ ਚੰਨੀ ਸਾਹਿਬ ਦੀ ਜਿਹੜੀ ਸਰਗਰਮੀ ਆ ਬਤੌਰ ਮੁੱਖ ਮੰਤਰੀ, ਉਹ ਵੀ ਦਿਲਚਸਪ ਆ, ਪਰ ਮੈਨੂੰ ਹੋਰ ਜ਼ਿਆਦਾ ਦਿਲਚਸਪ ਲੱਗੀ ਜਦੋਂ ਉਹ ਦੁਆਬੇ ਦੇ ਵਿੱਚ ਕਹਿੰਦੇ ਆ ਕਿ ਦੁਆਬਾ ਦਿਲ ਆ ਪੰਜਾਬ ਦਾ। ਵਾਕਈ ਦਿਲ ਆ। ਮੈਂ ਜਲੰਧਰ ਬੜੇ ਸਾਲ ਆਉਂਦਾ ਜਾਂਦਾ ਰਿਹਾ, ਤੁਸੀਂ ਜਲੰਧਰ ਤੋਂ ਰਿਪੋਰਟਿੰਗ ਕੀਤੀ ਹੈ। ਜਲੰਧਰ ਧੁਰਾ ਸੀ, ਹਾਲਾਂਕਿ ਹੁਣ ਉਹ ਵਿਕਾਸ ਨਹੀਂ ਰਿਹਾ। ਹੁਣ ਬਾਕੀ ਸ਼ਹਿਰਾਂ ਦੇ ਵਿੱਚ ਮੁਹਾਲੀ, ਅੰਮ੍ਰਿਤਸਰ ਤੇਜ਼ ਤਰਾਰੀ ਨਾਲ ਅੱਗੇ ਵਧਿਆ, ਜਲੰਧਰ ਥੋੜਾ ਪਿੱਛੇ ਲੱਗਦਾ ਹੈ। ਦੁਆਬਾ ਵੈਸੇ ਵੀ ਘੁੰਮਣ ਫਿਰਨ ਦਾ ਸ਼ੌਕੀਨ ਆ, ਬਾਹਰ ਕਮਾਈਆਂ ਕਰਨ ਗਏ, ਕੋਠੀਆਂ ਖਾਲੀ ਪਈਆਂ। ਪਰ ਚੰਨੀ ਸਾਹਿਬ ਕਹਿੰਦੇ ਕਿ ਹੁਣ ਬਹੁਜਨ ਸਮਾਜ ਪਾਰਟੀ ਦੀ ਕੀ ਲੋੜ ਆ, ਮੈਂ ਹੁਣ ਆ ਜਦੋਂ ਮੈਂ ਹੈਗਾ। ਇਹ ਜਿਹੜਾ ਸਮਾਜ ਦੀ ਨੁਮਾਇੰਦਗੀ ਕਰਨ ਵਾਲਾ ਜਦੋਂ ਮੁੱਖ ਮੰਤਰੀ ਆ, ਤਾਂ ਫਿਰ ਬਾਕੀ ਧਿਰਾਂ ਦੀ ਕੀ ਲੋੜ ਹੈ? ਇਹਨੂੰ ਤੁਸੀਂ ਹੁਣ ਕਿਵੇਂ ਲਓਗੇ? ਸਿੱਧਾ ਕਟਾਕਸ਼ ਹੈ ਅਕਾਲੀ ਦਲ ਤੇ ਵੀ ਕਿ ਉਹ ਜਿਸ ਪਾਰਟੀ ਨਾਲ ਖੜੇ ਨੇ, ਇਹ ਤੇ ਕੀ ਟਿੱਪਣੀ ਦਿਓਗੇ? ਦੇਖੋ, ਕੱਲ ਜਦੋਂ ਉਹ ਜਾਂਦੇ ਨੇ ਚਰਨਜੀਤ ਸਿੰਘ ਚੰਨੀ ਆਦਮਪੁਰ ਕਨਸਟੀਟੂਐਂਸੀ ਦੇ ਵਿੱਚ, ਉੱਥੇ ਇਹ ਵੀ ਗੱਲ ਕਰਦੇ ਨੇ 130 ਕਰੋੜ ਦੇ ਲਾਗੇ ਉਹ ਪ੍ਰੋਜੈਕਟ ਉੱਥੇ ਐਲਾਨ ਕਰਦੇ ਨੇ। ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਦੋਂ ਤੱਕ ਉਹ ਲੱਗਦੇ ਨੇ। ਨਾਲ ਉਹਨਾਂ ਦੇ ਮਹਿੰਦਰ ਸਿੰਘ KP, ਕਾਂਗਰਸ ਦੇ ਕਿਸੇ ਟਾਈਮ ਉਹ ਵੀ ਪ੍ਰਧਾਨ ਰਹੇ ਨੇ, MP ਵੀ ਰਹੇ ਨੇ। ਨਾਲ ਹੀ ਸੰਤੋਖ ਚੌਧਰੀ ਉਹਨਾਂ ਨਾਲ ਬੈਠੇ ਹੁੰਦੇ ਨੇ, ਤੇ ਇਹ ਗੱਲ ਉਹ ਕਹਿੰਦੇ ਨੇ ਕਿ ਜਿਹੜੇ ਬਹੁਜਨ ਸਮਾਜ ਦਾ ਰਾਜ ਆ ਚੁੱਕਾ, ਤੁਸੀਂ ਤਾਂ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਹੋ, ਮੇਰੇ ਰੂਪ ਦੇ ਵਿੱਚ ਪਹਿਲਾਂ ਹੀ ਆ ਚੁੱਕਾ। ਇਹ ਗੱਲ ਉਹਨਾਂ ਦੀ ਬੜੀ ਇੱਕ ਤਰ੍ਹਾਂ ਦੀ ਸਿਆਸਤ ਨਾਲ ਭਰੀ ਹੋਈ ਸੀ। ਦੂਸਰੀ ਗੱਲ ਉਹ ਕਰਦੇ ਆ ਕਿ ਜਿਹੜੀ ਅਕਾਲੀਆਂ ਨੇ ਟਿਕਟਾਂ ਦਿੱਤੀਆਂ ਬਹੁਜਨ ਸਮਾਜ ਪਾਰਟੀ ਨੂੰ, ਉਹ ਵੀ ਇੱਕ ਤਰ੍ਹਾਂ ਨਾਲ ਧੋਖਾ। ਉਹ ਕਹਿੰਦੇ ਦੇਖੋ ਜੀ, ਇਹਨਾਂ ਨੂੰ ਪਠਾਨਕੋਟ ਦੀਆਂ ਟਿਕਟਾਂ ਦਿੱਤੀਆਂ, ਪਠਾਨਕੋਟ ਕਨਸਟੀਟੂਐਂਸੀ ਦੀਆਂ, ਹੁਸ਼ਿਆਰਪੁਰ ਤੋਂ, ਇਹ ਤਾਂ ਅਕਾਲੀ ਕਦੇ ਖੁਦ ਨਹੀਂ ਜਿੱਤੇ, ਤੇ ਹੁਣ ਇਹ ਕੀ ਜਿੱਤਣਗੇ? ਗੱਲ ਤਾਂ ਬਣਦੀ ਜੇ ਇਹਨਾਂ ਨੂੰ ਆਦਮਪੁਰ ਤੋਂ ਕੋਈ ਟਿਕਟ ਦਿੰਦਾ, ਫਿਰ ਇਹਨਾਂ ਨੂੰ ਪਤਾ ਲੱਗਦਾ। ਸੋ ਕਹਿਣ ਦਾ ਮਤਲਬ ਉਹਨਾਂ ਨੇ ਇੱਕ ਗੱਲ ਕਹਿ ਕੇ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਆ। BSP ਨੂੰ ਇੱਕ ਤਰ੍ਹਾਂ ਜਿਤਾਇਆ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ, ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਹਾ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ 1996 ਵਿੱਚ ਤਾਂ ਤੁਸੀਂ ਇਹਨਾਂ ਦੇ ਨਾਲ ਆਪਸ ਦੇ ਵਿੱਚ ਗੱਠਜੋੜ ਕਰ ਲਿਆ, ਪਰ ਨਾਲ ਦੀ ਨਾਲ 1997 ਦੇ ਵਿੱਚ ਤੁਹਾਨੂੰ ਸਿਆਸੀ ਲਾਹਾ ਜਦੋਂ ਨਹੀਂ ਮਿਲਿਆ, ਨਾਲ ਤੁਸੀਂ ਭਾਜਪਾ ਤੇ ਜੁੜ ਗਏ, ਤੇ ਹੁਣ ਭਾਜਪਾ ਨਾਲ ਵੀ ਤੁਹਾਨੂੰ ਟੁੱਟਣਾ ਪਿਆ। ਤੁਸੀਂ ਕਿਸ ਦੇ ਹੋ ਇਹ ਨਹੀਂ ਪਤਾ ਲੱਗਦਾ, ਕਿਸ ਦੇ ਨਾਲ ਤੁਸੀਂ ਜੁੜ ਕੇ ਚੱਲੋਗੇ ਤੁਹਾਡਾ ਪਤਾ ਨਹੀਂ ਲੱਗਦਾ। ਮੌਕਾ ਪ੍ਰਸਤੀ ਤੁਹਾਡੇ ਵਿੱਚ ਬਹੁਤ ਆ। ਇਹ ਗੱਲਾਂ ਵੀ ਉਹਨਾਂ ਨੇ ਕਹੀਆਂ ਜੀ। ਮਨਪ੍ਰੀਤ ਜੀ, ਪਵਨ ਕੁਮਾਰ ਟੀਨੂ ਆਦਮਪੁਰ ਤੋਂ ਆਉਂਦੇ। ਪਵਨ ਕੁਮਾਰ ਟੀਨੂ ਅਕਾਲੀ ਦਲ ਦੇ ਵੱਡੇ ਲੀਡਰ ਅੱਜ ਕੱਲ, ਲੇਕਿਨ ਕਦੇ ਉਹ ਬਹੁਜਨ ਸਮਾਜ ਪਾਰਟੀ ਦੇ ਲੀਡਰ ਸੀ। ਸੁਖਬੀਰ ਜੀ ਪੱਟ ਕੇ ਲਾਏ ਕਿਉਂਕਿ ਉਹਨਾਂ ਦਾ ਵਰਕ ਕਾਫੀ ਸੀ। ਗੱਲ ਉਹਨਾਂ ਦੀ ਠੀਕ ਹੈ ਚੰਨੀ ਸਾਹਿਬ ਦੀ
ਕਿ ਹੂੰ। ਉਹਨਾਂ ਦੇ ਜਿਹੜੇ ਚੰਗੇ ਚੰਗੇ ਲੀਡਰ ਐਤਕਾਂ ਫਿਰ ਕਿਤੇ ਚੁਣ ਕੇ ਨਾ ਲੈ ਜਿਓ, ਪਾਰਟੀ ਫਿਰ ਮੁੜ ਕੇ ਨਵੇਂ ਸਿਰਿਓਂ ਬਚਪਨ ਤੋਂ ਜਵਾਨੀ ਵੱਲ ਨੂੰ ਤੁਰਦੀ ਫਿਰੇ, ਨਵੀਂ ਪੀੜ੍ਹੀ ਤੇ ਖੜੀ ਹੋ ਜੇ। ਇੱਥੇ ਜਦੋਂ ਉਹ ਜਲੰਧਰ 'ਚ ਸੀਗੇ ਤਾਂ ਉਹਨਾਂ ਦਾ 5.5 ਰੁਪਏ ਰੇਤੇ ਵਾਲਾ ਮਾਮਲਾ, ਉੱਥੇ ਇੱਕ ਖਬਰ ਛਪਦੀ ਹੈ ਕਿ ਜਿਹੜੇ ਠੇਕੇਦਾਰ ਨੇ ਉਹ ਨਹੀਂ ਮੰਨਦੇ, ਉਹ ਕਹਿੰਦੇ ਨਾ 20 22 23 24 25 ਰੁਪਏ ਤੋਂ ਘੱਟ ਤੇ ਵਾਰਾ ਹੀ ਨਹੀਂ ਖਾਂਦੀ। ਖਾਸੇ ਰੌਲੇ ਰੱਪੇ। ਅੰਗਰੇਜ਼ੀ ਦੀ ਇੱਕ ਵੱਡੀ ਅਖਬਾਰ ਨੇ ਅੰਕੜਿਆਂ ਸਮੇਤ ਛਾਪਿਆ, ਨਾਲ ਜੇਸੀਬੀ ਦੀ ਫੋਟੋ ਲਾਈ ਆ। ਮੈਨੂੰ ਦਿਲਚਸਪ ਲੱਗਦਾ ਕਿਉਂਕਿ ਚੰਨੀ ਸਾਹਿਬ ਕਹਿੰਦੇ ਸੀ ਜੇਕਰ ਨਾ ਹੋਇਆ ਤੇ ਮੈਨੂੰ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਿਓ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਉਹ ਕਹਿੰਦੇ ਸੀ ਮੇਰਾ ਗਲਾ, ਤੇ ਉਹ ਅਧਿਕਾਰੀਆਂ ਨੂੰ ਤਾੜਨਾ ਤੋੜਨਾ ਤੇ ਕਰਦੇ ਆ। ਕੋਈ ਮੰਨਦਾ ਕਿਉਂ ਨਹੀਂ ਪਿਆ ਜੇ, ਜਾਂ ਸੱਚਮੁੱਚ ਹੀ ਫੈਸਲਾ ਹੀ ਗਲਤ ਹੋ ਗਿਆ ਕਿ ਇਹਨੇ ਚਵਾਰਾ ਹੀ ਨਹੀਂ ਖਾਂਦਾ? ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜੇ ਇਸ ਤਰ੍ਹਾਂ ਨਾ ਵਿਕਿਆ ਜਾਂ ਮੇਰੇ ਜਿਹੜੇ ਆਰਡਰ ਆ ਉਹ ਥੱਲੇ ਤੱਕ ਨਾ ਲਾਗੂ ਹੋਏ ਤੇ ਮੇਰੇ ਨਾਲ ਜੋ ਮਰਜ਼ੀ ਕਰੋ, ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਟਿੱਪਣੀ ਯਾਦ ਆ ਜਾਂਦੀ ਹੈ ਜਦੋਂ ਉਹਨਾਂ ਨੇ ਨੋਟਬੰਦੀ ਕੀਤੀ ਸੀ ਤੇ ਕਿਹਾ ਸੀ ਕਿ 50 ਦਿਨ ਮੈਨੂੰ ਦਿਓ ਤੇ ਉਸ ਤੋਂ ਬਾਅਦ ਮੈਨੂੰ ਜਿਸ ਮਰਜ਼ੀ ਚੁਰਾਹੇ ਦੇ ਵਿੱਚ ਖੜਾ ਕਰ ਲਿਓ। ਖੈਰ, ਚਰਨਜੀਤ ਸਿੰਘ ਚੰਨੀ ਦਾ ਦੇਖੋ ਆਰਡਰ ਕਰ ਦੇਣਾ ਕਿ 5.5 ਰੁਪਏ ਪ੍ਰਤੀ ਕਿਊਬਿਕ ਫਿਟ ਜਿਹੜਾ ਇਹ ਰੇਤ ਮਿਲੂਗਾ, ਲੇਕਿਨ ਥੱਲੇ ਮਿਲਦਾ ਨਹੀਂ। ਕੱਲ ਮੈਂ ਇਹਦੇ ਨਾਲ ਇੱਕ ਹਵਾਲਾ ਜ਼ਰੂਰ ਦਊਂਗਾ। ਸਾਨੂੰ ਇੱਕ ਕੁਝ ਰਿਪੋਰਟਾਂ ਮਿਲੀਆਂ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ, ਰੋਪੜ, ਅੰਮ੍ਰਿਤਸਰ, ਜਲੰਧਰ ਵਾਲੇ ਇਲਾਕਿਆਂ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੀਆਂ ਮਾਈਨਿੰਗ ਸੀ ਜਾਂ ਆਪਰੇਸ਼ਨ ਸੀ ਰੇਤੇ ਬਜਰੀ ਦੇ, ਉਹ ਬਿਲਕੁਲ ਰੋਕਤੇ। ਉਹ ਕਹਿੰਦੇ ਸਾਨੂੰ ਵਾਰਾ ਹੀ ਨਹੀਂ ਖਾਂਦੇ। ਹੁਣ ਰਿਪੋਰਟ ਆਉਂਦੀ ਆ ਕਿ ਉੱਥੇ ਤਾਂ ਜੀ ਹੁਣ 5.5 ਰੁਪਏ ਦੀ ਬਜਾਏ 18 ਤੋਂ ਲੈ ਕੇ 22 ਰੁਪਏ ਤੱਕ, ਯਾਨੀ ਕਿ ਇੱਕ ਟਰਾਲੀ ਦੇ ਵਿੱਚ ਲਗਭਗ 100 ਕਿਊਬਿਕ ਫਿਟ ਜਿਵੇਂ ਕਹਿੰਦੇ ਆ ਵੀ ਹੁੰਦਾ, ਤੇ 2200 ਤੋਂ ਲੈ ਕੇ 2800 ਰੁਪਏ ਤੱਕ ਟਰਾਲੀ ਮਿਲ ਰਹੀ ਆ। ਸੋ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਥੱਲੇ ਜਾ ਕੇ ਉਹ ਸਾਰੇ ਲੋਕਾਂ ਨੂੰ ਜਾਂਚ ਕਰਨੀ ਚਾਹੀਦੀ ਆ। ਤੇ ਜਿਹੜੇ ਲੋਕ ਕਹਿੰਦੇ ਸਾਨੂੰ ਵਾਰਾ ਨਹੀਂ ਖਾਂਦਾ, ਜਾਂ ਜਿਹੜੇ ਟਰਾਂਸਪੋਰਟੇਸ਼ਨ ਦੇ ਚਾਰजेस ਵੱਧ ਗਏ ਆ, ਫਿਊਲ ਚਾਰजेस, ਕੀ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਨਹੀਂ ਲਿਆਂਦਾ ਗਿਆ, ਜਾਂ ਇਹ ਜਦੋਂ ਇਹ ਫੈਸਲਾ ਲਿਆ ਗਿਆ ਉਦੋਂ ਧਿਆਨ 'ਚ ਨਹੀਂ ਰੱਖਿਆ ਗਿਆ? ਇਮੀਡੀਏਟਲੀ ਇਹ ਸਾਰੀ ਜਗ੍ਹਾ, ਇਹ ਜਲੰਧਰ ਤੋਂ ਰਿਪੋਰਟਾਂ ਲੱਗੀਆਂ ਨੇ, ਹੋ ਸਕਦਾ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ 'ਚ ਇਸੇ ਤਰ੍ਹਾਂ ਦੇ ਵਧਾ ਚੜਾ ਕੇ ਰੇਟ ਜਿਹੜੇ ਉਹ ਲਏ ਜਾ ਰਹੇ ਹੋਣ ਤੇ ਜਨਤਾ ਨੂੰ ਜਿਹੜੀ ਰਾਹਤ ਆ ਉਹ ਨਾ ਮਿਲ ਰਹੀ ਹੋਵੇ। ਸਿਰਫ ਐਲਾਨ ਕਰਨੇ ਹੀ ਜਿਹੜੇ ਉਹ ਨਹੀਂ ਹੁੰਦੇ। ਸਰਕਾਰ ਨੇ ਇਹ ਵੀ ਦੇਖਣਾ ਹੁੰਦਾ ਕਿ ਥੱਲੇ ਤੱਕ ਸਾਡੇ ਲੋਕਾਂ ਨੂੰ ਰਾਹਤ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ। ਜੇ ਨਹੀਂ ਪਹੁੰਚ ਰਹੀ ਤੇ ਫਿਰ ਇਹਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਜ਼ਰੂਰ ਲੈਣੀ ਚਾਹੀਦੀ ਆ, ਔਰ ਜਿੱਥੇ ਜਿੱਥੇ ਵੀ ਇਹ ਰਿਪੋਰਟਾਂ ਆਈਆਂ ਉਹਦੀ ਜਾਂਚ ਕਰਾਉਣੀ ਚਾਹੀਦੀ ਆ, ਤੇ ਜੇ ਇਹਦੇ ਵਿੱਚ ਅਧਿਕਾਰੀ ਦੋਸ਼ੀ ਪਾਈ ਜਾਂਦੇ ਨੇ ਉਹਨਾਂ ਨੂੰ ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ ਜੀ। ਅੱਛਾ, ਇਸ ਤੋਂ ਪਹਿਲਾਂ ਕਿ ਮੈਂ ਅਕਾਲੀ ਦਲ ਦਾ ਕੇਜਰੀਵਾਲ ਨੂੰ ਮਾਣਹਾਨੀ ਦੇ ਨੋਟਿਸ ਦੀ ਗੱਲ ਕਰਾਂ ਵੀ ਭੇਜਣ ਲੱਗੇ ਆ ਜਾਂ ਭੇਜ ਦੇਣਗੇ ਜਾਂ ਮਾਫੀ ਮੰਗ ਲੈਣ ਕੇਜਰੀਵਾਲ, ਇਸ ਤੋਂ ਪਹਿਲਾਂ ਜਿਹੜਾ 18 ਤਰੀਕ ਨੂੰ ਮਾਣਯੋਗ ਉੱਚ ਅਦਾਲਤ ਵਿੱਚ ਨਸ਼ੇ ਦਾ ਕੇਸ ਸੁਣਿਆ ਜਾਣਾ ਹੈ, ਜਿਹਦੇ ਵਿੱਚ ਰਿਪੋਰਟਾਂ ਖੋਲਣ ਦੀ ਬਾਰ-ਬਾਰ ਗੱਲ ਹੁੰਦੀ, ਜਿਹਦੇ ਉੱਤੇ ਕੱਲ ਇੱਕ ਪਟੀਸ਼ਨ ਵੀ ਦਾਖਲ ਹੋਈ ਆ ਹਰਿਆਣੇ ਦੇ ਏਜੀ ਕੋਲ, ਐਡਵੋਕੇਟ ਜਨਰਲ ਕੋ। ਅੱਗੇ ਉਹ ਫੈਸਲਾ ਕਰਨਗੇ ਕਿ ਕੋਰਟ ਨੂੰ ਕਾਂ ਭੇਜਣੀ ਕਿ ਨਹੀਂ ਭੇਜਣੀ। ਇਹਦੇ ਉੱਤੇ ਕੱਲ ਵਿਦੇਸ਼ ਮੰਤਰਾਲੇ ਵੱਲੋਂ ਆਪਣੀ ਰਿਪੋਰਟ, ਕਿਉਂਕਿ 15 ਤੱਕ ਕਿਹਾ ਗਿਆ ਸੀ ਕਿ ਸਾਰੀਆਂ ਧਿਰਾਂ ਆਪਣੀ ਸਟੇਟਸ ਰਿਪੋਰਟ ਦੇ ਦਿਓ, ਤੇ ਉਸ ਤੋਂ ਬਾਅਦ 18 ਤਰੀਕ ਨੂੰ ਮਾਣਯੋਗ ਜੱਜਸ ਇੱਥੇ ਫੈਸਲਾ ਲੈਣਗੇ ਜਾਂ ਅੱਗੇ ਕਾਰਵਾਈ ਸੁਣਵਾਈ 'ਚ ਹੋਊਗੀ। ਹੁਣ ਜਿਹੜੀਆਂ ਸਬਮਿਟ ਹੋਈਆਂ ਰਿਪੋਰਟਾਂ ਉਹਦੇ ਵਿੱਚ ਕੁਝ ਜ਼ਿਕਰ ਹੋਇਆ, ਮੈਂ ਚਾਹੂੰਗਾ ਕਿ ਤੁਸੀਂ ਉਹਦਾ ਜ਼ਿਕਰ ਕਰ ਦਿਓ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਕਟਹਿਰੇ 'ਚ ਖੜਾਉਣ ਦੀ ਕੋਸ਼ਿਸ਼ ਹੋਈ ਆ ਕਿ ਉਹ ਕੋਰਟ ਦੀਆਂ ਪ੍ਰੋਸੀਡਿੰਗਸ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਟਵਿੱਟਰ ਦੀ ਦੁਰਵਰਤੋਂ ਕਰਦੇ ਆ, ਉਹ ਜੱਜਸ ਦੇ ਉੱਤੇ ਅਸਰ ਪਾਉਣ ਲਈ ਆਪਣੀਆਂ ਗੱਲਾਂ ਕਰਦੇ ਆ। ਇਹਦੀ ਸੁਣਵਾਈ ਅਜੇ ਪਤਾ ਨਹੀਂ ਕਿਸ ਦਿਸ਼ਾ ਨੂੰ ਜਾਂਦੀ ਹੁੰਦੀ ਆ, ਨਹੀਂ ਹੁੰਦੀ, ਇਹ ਪਟੀਸ਼ਨ ਠਹਿਰਦੀ ਹੈ ਕਿ ਨਹੀਂ। ਲੇਕਿਨ ਇਸ ਤੋਂ ਪਹਿਲਾਂ ਜਿਹੜੀ 18 ਤੋਂ ਪਹਿਲਾਂ ਦੀ ਕਾਰਵਾਈ, ਉਹਦੇ ਤੇ ਟਿੱਪਣੀ ਚਾਹੂੰਗਾ ਤੁਹਾਡੀ। ਦੇਖੋ, ਜਿਹੜਾ ਤੁਸੀਂ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਕ੍ਰਿਮੀਨਲ ਕੰਟੈਂਪਟ ਹੋਈ ਆ, ਮੈਂ ਇਸ ਬਾਰੇ ਥੋੜੀ ਜਿਹੀ ਜ਼ਿਕਰ ਕਰ ਲਾਂ। ਅਸੀਂ ਰੰਧਾਵਾ ਜੀ ਕੋਰਟਸ ਦੀਆਂ ਜਜਮੈਂਟਸ ਦਾ ਕ੍ਰਿਟੀਸਾਈਜ਼ ਕਰ ਸਕਦੇ ਹਾਂ, ਲੇਕਿਨ ਅਸੀਂ ਕਿਸੇ ਤਰ੍ਹਾਂ ਦਾ ਮੋਟਿਵ ਡਰਾ ਨਹੀਂ ਕਰ ਸਕਦੇ, ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਕੋਰਟਸ ਸਾਡੇ ਲਈ ਬਣੀਆਂ, ਸਾਡੇ ਇਨਸਾਫ ਲਈ ਬਣੀਆਂ। ਜਿਹੜੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤੇ ਆ, ਉਹਨਾਂ ਨੂੰ ਲੈ ਕੇ ਇਹਨਾਂ ਨੇ ਪਰਮਪ੍ਰੀਤ ਸਿੰਘ ਬਾਜਵਾ ਨੇ ਐਡਵੋਕੇਟ, ਇਹਨਾਂ ਨੇ ਉਹਨਾਂ ਤੇ ਕੰਟੈਂਪਟ ਪਈ ਹੈ। ਖੈਰ, ਕੋਰਟ ਦੇਖੇਗਾ ਕਿ ਕੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਮਾਨਹਾਨੀ ਹੋਈ ਹੈ ਜਾਂ ਕਿਸੇ ਤਰ੍ਹਾਂ ਦੀ, ਇਹ ਕੋਰਟ ਨੇ ਫੈਸਲਾ ਕਰਨਾ। ਲੇਕਿਨ ਲਗਾਤਾਰ ਇਸ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਜਾਂ ਜਮਹੂਰੀਅਤ ਹੁੰਦੀ ਆ, ਉਹਦੇ ਵਿੱਚ ਲੋਕਾਂ ਨੂੰ ਅਧਿਕਾਰ ਹੁੰਦਾ। ਜਿਹੜੀਆਂ ਕੋਰਟਸ ਬਣੀਆਂ ਉਹ ਸਾਡੇ ਇਨਸਾਫ ਲਈ ਬਣੀਆਂ। ਅਸੀਂ ਉਹਨਾਂ ਤੋਂ ਕੁਝ ਮੰਗ ਸਕਦੇ ਹਾਂ, ਅਸੀਂ ਲਗਾਤਾਰ ਗੁਹਾਰ ਲਾ ਸਕਦੇ ਹਾਂ। ਰਹਿ ਗਈ ਤੁਹਾਡੀ ਗੱਲ MEA ਦੀ, ਜਿਹੜੇ 18 ਤਰੀਕ ਨੂੰ ਇਹ ਕੇਸ ਆਉਣਾ, 18 ਨਵੰਬਰ ਨੂੰ। ਦੇਖੋ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਜਿਹੜਾ ਵਿਦੇਸ਼ ਮੰਤਰਾਲਾ ਹੁੰਦਾ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਲਗਭਗ 11 ਇਸ ਤਰ੍ਹਾਂ ਦੇ ਵਿਅਕਤੀਆਂ ਦੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਕੈਨੇਡਾ ਤੋਂ ਉੱਥੋਂ ਬਾਹਰੋਂ ਵਾਪਸ ਲੈ ਕੇ ਆਉਣਾ ਤੇ ਉਹਨਾਂ ਤੇ ਡਰੱਗਸ ਦੇ ਮਾਮਲੇ ਦਾ ਕੇਸ ਚਲਾਉਣਾ। ਅਸੀਂ ਕੈਨੇਡਾ ਨੂੰ ਇਹ ਸਾਰੀਆਂ ਜਿਹੜੀਆਂ ਦਰਖਾਸਤਾਂ ਭੇਜੀਆਂ ਨੇ,
ਉਹਨਾਂ ਨੂੰ ਫਾਰਮਲੀ ਅਸੀਂ ਸਾਰਾ ਕੁਝ ਡਾਕੂਮੈਂਟਸ ਦਸਤਾਵੇਜ਼ ਭੇਜੇ ਨੇ, ਪਰ ਉਹਨਾਂ ਨੇ ਸਾਨੂੰ ਦੁਬਾਰਾ ਉਹ ਵਾਪਸ ਭੇਜ ਦਿੱਤੇ, ਕਿਆ ਇਹਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕੰਪਲੀਟ ਕਰਕੇ ਭੇਜੋ। ਖੈਰ, ਇਹ ਮਾਮਲਾ ਤਾਂ ਵਿਦੇਸ਼ ਦੇ ਨਾਲ ਚੱਲਦਾ ਰਹੂਗਾ ਕਿ ਵਿਦੇਸ਼ਾਂ 'ਚ ਕੌਣ-ਕੌਣ ਬੈਠੇ ਨੇ, ਲੇਕਿਨ ਜਿਹੜੇ ਸਾਡੇ ਇੱਥੇ ਲੋਕ ਨੇ ਕਿ ਉਹਨਾਂ ਤੇ ਕਾਰਵਾਈ ਹੋਊਗੀ। ਠੀਕ ਹੈ, ਐਮਈਏ ਨੇ ਆਪਣਾ ਕੰਮ ਕੀਤਾ, ਇੱਥੋਂ ਦੀਆਂ ਜਾਂਚ ਏਜੰਸੀਆਂ ਨੇ ਇਹ ਆਪਣਾ ਕੰਮ ਕੀਤਾ, ਲੇਕਿਨ ਸਾਡੀ ਧਰਤੀ ਤੇ ਪੈ ਕੇ, ਚਾਹੇ ਉਹ ਪੰਜਾਬ ਦੇ ਵਿੱਚ ਹੋਣ ਜਾਂ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਹੋਣ, ਜੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਚਾਹੇ ਵਿਦੇਸ਼ਾਂ ਤੋਂ ਜਿਹਨੂੰ ਮਰਜ਼ੀ ਬੁਲਾ ਲਓ, ਤੇ ਜੇ ਇਸ ਆੜ ਦੇ ਵਿੱਚ ਇਹ ਕਹਿਣਾ ਕਿ ਉਹ ਹਜੇ ਤੱਕ ਬਾਹਰੋਂ ਨਹੀਂ ਆ ਰਹੇ ਇਸ ਕਰਕੇ ਕਾਰਵਾਈ ਨਹੀਂ ਹੁੰਦੀ, ਮੈਨੂੰ ਲੱਗਦਾ ਉਹ ਆਪਣੇ ਆਪ 'ਚ ਬੜੀ ਹਾਸੋਹੀਣੀ ਗੱਲ ਹੋਏਗੀ। 18 ਨਵੰਬਰ ਬੜੀ ਇੰਪੋਰਟੈਂਟ ਤਰੀਕ ਹੈ ਔਰ ਸਾਰਿਆਂ ਨੂੰ ਲੱਗਦਾ ਕਿ ਹੋ ਸਕਦਾ ਉਹਦੇ ਵਿੱਚ ਜਿਹੜੀ ਕੋਰਟ ਆ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਉਸ ਤੇ ਕੋਈ ਅਹਿਮ ਫੈਸਲਾ ਲਵੇ। ਹੋ ਸਕਦਾ ਉਸ ਦਿਨ ਲਿਫਾਫੇ ਵੀ ਖੁੱਲਣ, ਹੋ ਸਕਦਾ ਜਿਹੜੀਆਂ ਜਾਂਚ ਰਿਪੋਰਟਾਂ ਨੂੰ ਦਿਖਾਇਆ ਜਾਵੇ ਕਿ ਉਹ ਕਿੱਥੋਂ ਤੱਕ ਪਹੁੰਚਦੀਆਂ ਨੇ, ਲੇਕਿਨ ਸਾਡੀਆਂ ਸਾਰਿਆਂ ਦੀਆਂ ਉਮੀਦਾਂ ਬਰਕਰਾਰ ਨੇ ਔਰ ਇਹਨਾਂ ਕੋਰਟਾਂ ਤੋਂ ਹੀ ਸਾਨੂੰ ਇਨਸਾਫ ਮਿਲਣਾ, ਕਿਉਂਕਿ ਜੇ ਕੋਈ ਇਨਸਾਫ ਅੱਜ ਕੱਲ੍ਹ ਮਿਲ ਰਿਹਾ ਉਹ ਜਾਂ ਤਾਂ ਕੋਰਟਸ ਦੇ ਰਹੇ ਨੇ ਤੇ ਜਾਂ ਕਿਤੇ ਨਾ ਕਿਤੇ ਕੋਈ ਟ੍ਰਿਬਿਊਨਲ ਦੇ ਰਿਹਾ, ਬਾਕੀ ਸਾਨੂੰ ਸਰਕਾਰਾਂ ਤੋਂ ਜਾਂ ਹੋਰਾਂ ਤੋਂ ਕੋਈ ਜ਼ਿਆਦਾ ਉਮੀਦ ਨਹੀਂ ਬਚੀ ਜੀ। ਕਿਉਂਕਿ ਸਰਕਾਰਾਂ ਸਿਆਸਤ ਤੋਂ ਪ੍ਰੇਰਿਤ ਹਰ ਫੈਸਲਾ ਕਰਨ ਵੱਲ ਰੁਚਿਤ ਨੇ ਤੇ ਅੱਜ ਦੇ ਦਿਨ 'ਚ ਕੁਰਸੀ ਬਚਾਏ ਰੱਖਣ ਦੀ ਕਵਾਇਦ ਆ। ਹੋਰ ਇਸ ਤੋਂ ਇਲਾਵਾ ਵੱਡੇ ਫੈਸਲੇ ਨਹੀਂ ਹੋ ਰਹੇ, ਲੇਕਿਨ ਦੋ ਵੱਡੇ ਫੈਸਲਿਆਂ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ, ਮਾਣਯੋਗ ਸੁਪਰੀਮ ਕੋਰਟ ਨਾਲ ਹੀ ਜੁੜੇ ਹੋਏ ਦੋਵੇਂ। ਇੱਕ ਤਾਂ ਪਰਾਲੀ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਇਹ ਪ੍ਰਚਾਰ ਬੇਬੁਨਿਆਦ ਆ, ਕੋਰਾ ਵਾ, ਤੱਥਾਂ ਤੋਂ ਰਹਿਤ ਆ, ਬੜੀ ਚੰਗੀ ਗੱਲ ਆ। ਹਾਂ, ਪਰਾਲੀ ਸਾੜੀ ਜਾਂਦੀ, ਇਹ 'ਚ ਕੋਈ ਦੋ ਰਾਵਾਂ ਨਹੀਂ, ਉਹ ਗਲਤ ਆ, ਲੇਕਿਨ ਸਾਰਾ ਕੁਝ ਪਰਾਲੀ ਸਾੜਨ ਤੇ ਕਿਸਾਨਾਂ ਤੇ ਹੀ ਮੜ ਦਿਓ, ਇਹ ਵੀ ਠੀਕ ਨਹੀਂ। ਮਾਣਯੋਗ ਸੁਪਰੀਮ ਕੋਰਟ ਨੇ ਇਹਦੇ ਤੇ ਟਿੱਪਣੀ ਕੀਤੀ ਹੈ, ਉਹਦਾ ਜ਼ਿਕਰ ਕਰਨਾ ਚਾਹੂੰਗਾ ਮੈਂ। ਤੇ ਦੂਜਾ, ਲਖੀਮਪੁਰ ਖੀਰੀ ਦੀ ਘਟਨਾ ਦੇ ਉੱਤੇ ਜਿਹੜੀ ਯੂਪੀ ਸਰਕਾਰ ਆ ਉਹ ਮਾਣਯੋਗ ਅਦਾਲਤ ਵਿੱਚ ਮੰਨ ਗਈ ਹੈ ਕਿ ਤੁਸੀਂ ਜੱਜ ਦੀ ਨਿਗਰਾਨੀ 'ਚ ਜਾਂਚ ਕਰਵਾ ਲਓ। ਇਹਨਾਂ ਦੋਵਾਂ ਤੇ ਟਿੱਪਣੀ। ਰੰਧਾਵਾ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਸਾਡੇ ਅੱਜ ਕੱਲ ਜਿਹੜੇ ਖੈਰ ਗਵਾਹ ਨੇ, ਜਾਂ ਸਾਨੂੰ ਇਹ ਲੱਗਦਾ ਕਿ ਸਾਨੂੰ ਕੋਈ ਸੁਰੱਖਿਆ ਪ੍ਰਦਾਨ ਕਰ ਰਿਹਾ ਜਾਂ ਜਿਸ ਵੱਲ ਅਸੀਂ ਆਸ ਦੀ ਨਿਗਾਹ ਨਾਲ ਵੇਖ ਸਕਦੇ ਹਾਂ, ਉਹ ਸ਼ਾਇਦ ਸੁਪਰੀਮ ਕੋਰਟ ਆ। ਔਰ ਜਦੋਂ ਤੋਂ ਇਹਦੇ ਵਿੱਚ ਮੈਨੂੰ ਕੋਈ ਦੋ ਰਾਏ ਨਹੀਂ ਕਹਿਣ ਦੇ ਵਿੱਚ ਕਿ ਜਦੋਂ ਤੋਂ ਜਿਹੜੇ ਸਾਡੇ ਚੀਫ ਜਸਟਿਸ ਨੇ NV ਰਮੰਨਾ ਆਏ ਨੇ, ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਆ, ਉਹ ਲੱਗ ਰਿਹਾ ਜਿਵੇਂ ਲੋਕਾਂ ਦੇ ਹੱਕ 'ਚ ਜਾ ਰਹੇ ਹੋਣ, ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹੋਣ। ਇਹ ਫੈਸਲਾ ਆਉਣਾ ਔਰ ਇਹ ਗੱਲ ਕਹੀ ਜਾਣੀ ਕਿ ਦੇਖੋ ਤੁਸੀਂ, ਜਿਹੜੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ, ਦਿੱਲੀ ਦੇ ਮੁੱਖ ਮੰਤਰੀ ਨੇ ਲਗਾਤਾਰ ਇੱਕ ਮੁਹਿੰਮ ਚਲਾਈ ਹੋਈ ਸੀ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਨਾਲ ਪੋਲਿਊਸ਼ਨ ਬਹੁਤ ਆਉਂਦਾ। ਔਰ ਤੁਸੀਂ ਦੇਖੋ ਕਿ ਲਗਾਤਾਰ ਜਦੋਂ ਵੀ ਕੋਈ ਗੱਲ ਕਰਦੇ ਸੀ ਆ ਕੇ, ਉਹ ਇਹੀ ਗੱਲ ਕਰਦੇ ਸੀ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ, ਰੰਧਾਵਾ ਜੀ, ਇੱਕ ਸਟੱਡੀ ਕਰਵਾਈ ਸੀ, ਉਹਦੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਸੀ ਕਿ ਜਿਹੜੀ ਇਹਨਾਂ ਦੀ ਗੱਲ ਆ ਉਹ ਸਾਇੰਟੀਫਿਕ ਨਹੀਂ ਹੈ, ਸਾਇੰਸ ਤੇ ਆਧਾਰਿਤ ਨਹੀਂ ਹੈ, ਯਾਨੀ ਕਿ ਅਰਵਿੰਦ ਕੇਜਰੀਵਾਲ ਹੋਣਾ ਦੀ ਗੱਲ, ਤੇ ਨਾ ਹੀ ਇਹਦੇ ਵਿੱਚ ਕੋਈ ਸਾਇੰਟੀਫਿਕ ਆંકੜੇ ਉਹਨਾਂ ਨੇ ਦਿੱਤੇ ਆ। ਉਹ ਕਹਿੰਦੇ ਜਨਵਰੀ, ਫਰਵਰੀ, ਦਸੰਬਰ ਦੇ ਵਿੱਚ ਜਦੋਂ ਇਹ ਨਹੀਂ ਵੀ ਸਾੜੀ ਜਾਂਦੀ ਪਰਾਲੀ, ਉਦੋਂ ਵੀ ਦਿੱਲੀ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ। ਬਾਅਦ ਚ ਸਾਨੂੰ ਇਹ ਵੀ ਪਤਾ ਲੱਗਦਾ ਕਿ ਉੱਥੇ ਜਿਹੜੀਆਂ ਸਨਅਤ, ਜਿੰਨੀ ਇੰਡਸਟਰੀ ਆ ਜਾਂ ਜਿੰਨਾ ਉੱਥੋਂ ਦਾ ਟ੍ਰੈਫਿਕ ਆ, ਉਹ ਬਹੁਤ ਜ਼ਿਆਦਾ ਕੰਟਰੀਬਿਊਟ ਕਰਦਾ। ਤੁਸੀਂ ਇੱਕ ਹੋਰ ਗੱਲ ਯਾਦ ਕਰੋ, ਕਿਉਂਕਿ ਹੁਣ ਆਪਾਂ ਗੱਲ ਕਰ ਹੀ ਲੈਂਦੇ ਆ, ਯਮੁਨਾ ਦੇ ਵਿੱਚ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਝੱਗ ਦੇਖੀ ਹੋਣੀ ਆ, ਬੜੀ ਏਦਾਂ ਲੱਗਦਾ ਸੀ ਜਿਵੇਂ ਸ਼ਾਇਦ ਬਰਫ਼ ਪੈ ਗਈ ਹੋਵੇ। ਉਹਨੂੰ ਪਾਣੀ ਨਾਲ ਸਾਫ਼ ਕਰਨ ਦੀ ਗੱਲ ਕੀਤੀ ਹੈ, ਬਾਅਦ ਚ ਪਤਾ ਲੱਗਦਾ ਉਹ ਬੜੀ ਹਾਈ ਲੈਵਲ ਦੇ ਫਾਸਫੇਟਸ ਨੇ। ਰੰਧਾਵਾ ਜੀ, ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿੰਦਾ, ਜਿੰਨਿਆਂ ਤੱਕ ਸਰਕਾਰਾਂ ਦੀ ਮਨਸ਼ਾ ਨਹੀਂ ਹੁੰਦੀ, ਉਹਨਾਂ ਦੇਰ ਤੱਕ ਇਹ ਜਿਹੜਾ ਸਾਡਾ ਪ੍ਰਦੂਸ਼ਣ ਆ ਉਹ ਇੰਨਾ ਜ਼ਿਆਦਾ ਸਾਨੂੰ ਖਰਾਬ ਕਰ ਰਿਹਾ। ਬੱਚਿਆਂ ਨੂੰ, ਜਿਨ੍ਹਾਂ ਨੂੰ ਐਸਥਮਾ, ਜਿਨ੍ਹਾਂ ਨੂੰ ਰੈਸਪੀਰੇਟਰੀ ਪ੍ਰੋਬਲਮਸ ਨਾਲ, ਸਾਹ ਦੀਆਂ ਬਿਮਾਰੀਆਂ, ਉਹ ਸਾਰੇ ਹੀ ਵਿਅਕਤੀ ਬਹੁਤ। ਔਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਦੇਖੋ, ਦਿੱਲੀ ਦੇ ਵਿੱਚ ਪਟਾਕੇ ਚੱਲੇ, ਇਹ ਵੀ ਗੱਲ ਸੁਪਰੀਮ ਕੋਰਟ ਨੇ ਕਹੀ ਆ। ਹੁਣ ਇਹ ਗੱਲ ਕਹਿ ਦੇਣੀ ਕਿ ਕਿਸਾਨਾਂ ਉੱਤੇ ਸਾਰਾ ਮੜ ਦੇਣਾ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਕੁਝ ਹੱਦ ਤੱਕ ਉਹ ਪਾਉਂਦਾ, ਲੇਕਿਨ ਉਹਦੀ ਜਿਹੜੀ ਮਾਤਰਾ ਉਸ ਪੋਲਿਊਸ਼ਨ ਦੀ, ਜਿਹੜੀ ਪਰਾਲੀ ਸਾੜਨਾ ਹੁੰਦੀ ਆ, ਉਹ ਕੇਵਲ 4% ਤੋਂ ਲੈ ਕੇ 10% ਤੋਂ ਵੱਧ ਨਹੀਂ ਹੁੰਦੀ। ਬਾਕੀ ਸਾਰੇ ਦਾ ਸਾਰਾ ਪੋਲਿਊਸ਼ਨ ਜਿਹੜਾ ਜਾਂ ਪ੍ਰਦੂਸ਼ਣ ਆ, ਉਹ ਸਾਡੀਆਂ ਜਿਹੜੀਆਂ ਇੰਡਸਟਰੀ ਆ ਉੱਥੋਂ ਜਾਂ ਉੱਥੋਂ ਦੇ ਜਿਹੜੇ ਵਾਹਨ ਨੇ ਉਹ ਫੈਲਾਉਂਦੇ ਨੇ। ਉੱਥੇ ਮੈਟਰੋ ਚਲਾਈ ਗਈ ਸੀ, ਹੁਣ ਮੈਟਰੋ ਦਾ ਇੰਨਾ ਜ਼ਿਆਦਾ ਜਿਹੜਾ ਰੇਟ ਆ, ਕਿਰਾਇਆ ਇੰਨਾ ਜ਼ਿਆਦਾ ਵਧਾਤਾ ਕਿ ਆਮ ਜਿਹੜਾ ਵਿਅਕਤੀ ਪਹਿਲਾਂ ਆਪਣੀ ਕਾਰ ਛੱਡ ਕੇ ਜਾਂ ਮੋਟਰਸਾਈਕਲ ਛੱਡ ਕੇ ਉਹਨਾਂ ਤੇ ਟਰੈਵਲ ਕਰਦਾ ਸੀ, ਉਹ ਵੀ ਛੱਡ ਗਿਆ, ਕਿਉਂਕਿ ਕਿਰਾਏ ਵੱਧ ਗਏ, ਇਹਦੇ ਨਾਲ ਫਿਊਲ ਵੱਧ ਗਏ, ਜਿਹੜੇ ਪੈਟਰੋਲ ਦੇ, ਡੀਜ਼ਲ ਦੇ ਰੇਟ ਵੱਧ ਗਏ। ਮੇਰਾ ਕਹਿਣ ਦਾ ਮਤਲਬ ਸਭ ਨੂੰ ਕਲੈਕਟਿਵ ਜਿਹੜਾ ਇਹ ਫੈਸਲਾ ਲੈਣਾ ਪਊਗਾ। ਹਾਂ, ਇੱਕ ਗੱਲ ਮੈਂ ਇਹਦੇ ਵਿੱਚ ਥੋੜੀ ਜਿਹੀ ਹੋਰ ਕਰਦਾ, ਗੱਲ ਥੋੜੀ ਲੰਬੀ ਹੈ। ਸੁਖਬੀਰ ਸਿੰਘ ਬਾਦਲ ਜਿਵੇਂ ਕਹਿ ਰਹੇ ਨੇ ਕਿ ਮਾਨਹਾਨੀ ਦਾ ਇਹਨਾਂ ਤੇ ਮੁਕੱਦਮਾ ਹੋਣਾ ਚਾਹੀਦਾ, ਇਸੇ ਤਰ੍ਹਾਂ ਗੁਰਕੀਰਤ ਕੋਟਲੀ ਦੀ ਜਿਹੜੇ ਕਾਂਗਰਸ ਦੇ ਇਸ ਟਾਈਮ ਕੈਬਨਿਟ ਮਿਨਿਸਟਰ, ਉਹ ਵੀ ਬੜੇ ਖੁਸ਼ ਹੁੰਦੇ ਨਜ਼ਰ ਆ ਰਹੇ ਨੇ। ਪਰ ਕੀ ਇਹਨਾਂ ਸਿਆਸਤਦਾਨਾਂ ਨੇ ਕਦੇ ਇਹ ਦੇਖਿਆ
ਕਿ ਪੰਜਾਬ ਦੇ ਵਿੱਚ ਚਲੋ ਤੁਸੀਂ ਹੁਣ ਤੁਹਾਨੂੰ ਰਾਹਤ ਮਿਲ ਗਈ, ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ, ਸਾਡਾ ਬੁੱਢਾ ਨਾਲਾ ਹੋਵੇ ਜਾਂ ਪੰਜਾਬ ਦੇ ਜਿੰਨੇ ਵੀ ਪਾਣੀ ਦੇ ਸਰੋਤ ਆ, ਕਿ ਉਹਨਾਂ ਦੀ ਸਫਾਈ ਦੀ ਵੀ ਤੁਸੀਂ ਗੱਲ ਕੀਤੀ ਆ? ਚਾਹੇ ਲੁਧਿਆਣੇ ਵਰਗੇ ਜਿੱਥੇ ਤਮਾਮ ਇੰਡਸਟਰੀ ਹੁੰਦੀ ਹੈ, ਚਾਹੇ ਅੰਮ੍ਰਿਤਸਰ 'ਚ ਵੀ ਹੁੰਦੇ, ਜਾਂ ਹੋਰ ਜਿਹੜੇ ਸਾਡੇ ਵੱਡੇ ਸ਼ਹਿਰ ਆ, ਕਦੇ ਉਹਨਾਂ ਦੀ ਪੋਲਿਊਸ਼ਨ ਦੀ ਵੀ ਤੁਸੀਂ ਗੱਲ ਕੀਤੀ ਹੈ? ਸੋ ਕੱਲੇ ਅਰਵਿੰਦ ਕੇਜਰੀਵਾਲ ਨੂੰ ਕਹਿਣਾ, ਔਰ ਭਾਰਤ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਸਿਟੀਜ਼ ਆ, ਸ਼ਹਿਰ ਆ, ਜਿਹੜੇ ਪ੍ਰਦੂਸ਼ਿਤ ਨਾਲ ਇਸ ਟਾਈਮ ਪੂਰੀ ਤਰ੍ਹਾਂ ਪ੍ਰਭਾਵਿਤ ਆ, ਲੇਕਿਨ ਉਹਨਾਂ ਬਾਰੇ ਗੱਲ ਨਹੀਂ ਹੁੰਦੀ। ਸਿਆਸਤ ਇਹਦੇ ਵਿੱਚ ਜ਼ਰੂਰ ਹੁੰਦੀ ਹੈ, ਸਿਆਸਤ ਨਾ ਹੋਵੇ ਤਾਂ ਲੋਕਾਂ ਦੀਆਂ ਜਾਨਾਂ ਬਚਣ। ਦੂਸਰੀ ਰੰਧਾਵਾ ਜੀ, ਤੁਸੀਂ ਗੱਲ ਕੀਤੀ ਹੈ ਲਖੀਮਪੁਰ ਖੀਰੀ ਦੀ, ਮੈਨੂੰ ਲੱਗਦਾ ਜੇ ਸ਼ਾਇਦ ਇਸ ਮਾਮਲੇ ਦਾ ਸੁਪਰੀਮ ਕੋਰਟ ਸੰਗਿਆਨ ਨਾ ਲੈਂਦੀ ਜਾਂ ਇਸ ਦਾ ਸੂਮੋਟੋ ਨੋਟਿਸ ਨਾ ਲੈਂਦੀ, ਤਾਂ ਇਹ ਕੇਸ ਕਦੋਂ ਦਾ ਖਿਲਰ ਜਾਣਾ ਸੀ। ਕੱਲ ਦੁਬਾਰਾ ਆਸ਼ੀਸ਼ ਮਿਸ਼ਰਾ ਹੋਣਾ ਦੀਆਂ ਜ਼ਮਾਨਤਾਂ ਲੱਗੀਆਂ ਉੱਥੋਂ ਦੇ ਸੈਸ਼ਨ ਕੋਰਟ 'ਚ, ਉਹ ਖਾਰਜ ਕਰ ਦਿੱਤੀਆਂ ਗਈਆਂ। ਬਾਕੀ ਵੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਇਸ ਟਾਈਮ ਅੰਦਰ ਆ, ਤੇ ਨਾਲ ਦੀ ਨਾਲ ਇੱਕ ਹੋਰ ਜਿਹੜਾ ਅਹਿਮ ਫੈਸਲਾ ਆਇਆ ਸੁਪਰੀਮ ਕੋਰਟ ਦਾ, ਉਹਨਾਂ ਨੇ 2 ਜੱਜਾਂ ਦਾ ਸੁਝਾਅ ਦਿੱਤਾ ਸੀ। ਇੱਕ ਸਾਬਕਾ ਜੱਜ ਸੀ ਰਣਜੀਤ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤੇ ਨਾਲ ਹੀ ਸੀ ਆਰ.ਕੇ. ਜੈਨ। ਤੇ ਯੂਪੀ ਪੁਲਿਸ ਮੰਨ ਗਈ ਹੈ। ਮੈਨੂੰ ਲੱਗਦਾ ਉਹਨਾਂ ਕੋਲੇ ਕੋਈ ਚਾਰਾ ਵੀ ਨਹੀਂ ਸੀ। ਜਿਸ ਢਿਲਮਿਸ ਦੇ ਨਾਲ ਜੋ ਉਹਨਾਂ ਦੀ ਜਿਹੜੀ ਜਾਂਚ ਚੱਲ ਰਹੀ ਸੀ, ਜਿਹੜਾ ਲਗਾਤਾਰ ਸੁਪਰੀਮ ਕੋਰਟ ਦੀ ਉਹਨਾਂ ਨੂੰ ਝਟਕਾਂ ਪੈ ਰਹੀਆਂ ਸੀ, ਡਾਂਟ ਪੈ ਰਹੀ ਸੀ ਕਿ ਤੁਸੀਂ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੇਜ਼ੀ ਨਹੀਂ ਵਿਖਾ ਰਹੇ, ਕੁਝ ਨਿਕਲ ਰਿਹਾ, ਤੁਸੀਂ ਬਿਆਨ ਨਹੀਂ ਦਰਜ ਕਰ ਰਹੇ। ਮੈਨੂੰ ਲੱਗਦਾ ਯੂਪੀ ਸਰਕਾਰ ਕੋਲੇ ਜਾਂ ਯੂਪੀ ਪੁਲਿਸ ਕੋਲੇ ਹੋਰ ਕੋਈ ਚਾਰਾ ਨਹੀਂ ਸੀ। ਸੋ ਸਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਜਾਂਚ ਆ, ਸਾਬਕਾ ਜੱਜ ਨੂੰ ਉਹਨਾਂ ਦੇ ਅਧੀਨ, ਉਹਨਾਂ ਦੀ ਨਿਗਰਾਨੀ ਦੇ ਵਿੱਚ ਹੋਏਗੀ, ਔਰ ਇਹ ਵੀ ਬੜਾ ਅਹਿਮ ਫੈਸਲਾ। ਜਾਂਦੇ ਜਾਂਦੇ ਢੀਂਡਸਾ ਸਾਹਿਬ ਦੀ ਗੱਲ ਜ਼ਰੂਰ ਕਰਨੀ ਆ। ਕੱਲ ਉਹਨਾਂ ਨੇ ਇੱਕ ਮਾਰਕਾ ਮਾਰ ਲਿਆ, ਮਲਕੀਤ ਸਿੰਘ ਬੀਰਮੀ ਸ਼ਾਮਲ ਕਰ ਲਿਆ, ਤੇ ਬੀਰਮੀ ਸਾਹਿਬ ਨੂੰ ਵੀ ਚਾਹੀਦਾ ਸੀ ਵੀ ਜੇ ਉਹਨਾਂ ਨਾਲ ਸ਼ਾਮਲ ਹੀ ਹੋਣਾ ਸੀ ਤੇ 4 ਦਿਨ ਪਹਿਲਾਂ ਇੰਨੇ ਕਾਗਜ਼ ਪੱਤਰ ਕਾਹਤੋਂ ਖਰਾਬ ਕੀਤੇ ਆਪਣੀ ਪਾਰਟੀ ਬਣਾਉਣ ਦੇ, ਉਦੋਂ ਹੀ ਇਕੱਠੇ ਤੁਰ ਪੈਂਦੇ। ਗੱਲ ਤਾਂ ਚਲੋ, ਗੱਲ ਤਾਂ ਸਿਆਸਤ ਵਿੱਚ ਚੱਲਦੀ ਰਹਿਣੀ ਚਾਹੀਦੀ, ਪਰ ਜਿਹੜਾ ਢੀਂਡਸਾ ਸਾਹਿਬ ਦਾ ਕਲੇਮ ਆ ਬਈ ਮੁੱਖ ਮੰਤਰੀ ਸਾਹਿਬ ਤੁਸੀਂ ਅਕਾਲੀ ਦਲ ਦੇ ਖਿਲਾਫ ਜੇ ਸ਼ਬਦ ਵਾਪਸ ਨਾ ਲਏ ਜਾਂ ਮਾਫੀ ਨਾ ਮੰਗੀ ਤੇ ਆਪਾਂ ਤੁਹਾਡੇ ਘਰ ਦੇ ਬਾਹਰ ਲਾ ਦੇਣਾ ਧਰਨਾ। ਇਹ ਦਰਦ ਤਾਂ ਸਾਰੇ ਅਕਾਲੀਆਂ ਨੂੰ ਹੋਣਾ ਚਾਹੀਦਾ ਸੀ, ਪਰ ਹੋਇਆ ਇਕੱਲੇ ਢੀਂਡਸਾ ਸਾਹਿਬ ਨੂੰ ਆ। ਉਹ ਕਹਿੰਦੇ ਕਿਸੇ ਪਰਿਵਾਰ ਤੇ ਤੁਸੀਂ ਕਿਸੇ ਵਿਸ਼ੇਸ਼ ਪਰਿਵਾਰ ਤੇ ਕੋਈ ਤੰਜ ਕੱਸਣਾ ਹੈ ਜਾਂ ਉਹਨਾਂ ਨੂੰ ਕਹਿਣਾ ਤਾਂ ਕਹੀ ਚਲੋ, ਅਕਾਲੀ ਦਲ ਨੂੰ ਕਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ। ਇਸ ਦਰਦ ਦੀ ਬਿਆਨੀ ਤੁਹਾਡੇ ਲਫ਼ਜ਼ਾਂ 'ਚ ਜਾਂਦੇ ਜਾਂਦੇ ਬਸ ਛੋਟੀ ਜੀ। ਬਿਲਕੁਲ, ਸੁਖਦੇਵ ਸਿੰਘ ਢੀਂਡਸਾ ਆਪਣੇ ਉਸ ਪੜਾਅ 'ਚ ਨੇ ਜਿਹੜੇ ਜਿਵੇਂ ਕਹਿ ਦਿੰਦੇ ਹੁੰਦੇ ਆ ਕਿ ਦੁਬਾਰਾ ਇੱਕ ਵਾਰੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਜਿਹੜੀ ਸਿਆਸੀ ਜ਼ਮੀਨ ਆ ਉਹ ਹਾਸਿਲ ਹੋਵੇ। ਪਾਰਟੀ ਵੀ ਨਵੀਂ ਬਣਾ ਲਈ ਹੈ, ਔਰ ਤੁਸੀਂ ਦੇਖੋ ਚਾਹੇ ਇਹ ਬੀਰਮੀ ਸਾਹਿਬ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਇਸ ਟਾਈਮ ਮੇਨ ਸਟ੍ਰੀਮ ਪੋਲਿਟਿਕਸ ਤੋਂ ਕਿਤੇ ਸਾਈਡਲਾਈਨ ਹੋ ਗਏ ਨੇ, ਬਾਹਰ ਹੋ ਗਏ ਨੇ, ਕੋਸ਼ਿਸ਼ ਕਰ ਰਹੇ ਨੇ ਸਾਰੀ ਸਿਆਸੀ ਜ਼ਮੀਨ ਲੱਭਣ ਦੀ। ਬਾਦਲਾਂ ਨੂੰ ਜੋ ਮਰਜ਼ੀ ਕਹਿ ਲਓ, ਅਕਾਲੀਆਂ ਨੂੰ ਨਾ ਕੁਝ ਕਹੋ, ਕੋਸ਼ਿਸ਼ ਇਹੀ ਹੈ ਕਿ ਬਾਦਲ ਮਾੜੇ ਹੋ ਸਕਦੇ ਨੇ ਲੇਕਿਨ ਅਕਾਲੀ ਮਾੜੇ ਨਹੀਂ ਹੋ ਸਕਦੇ। ਵੈਸੇ ਮੈਂ ਤੁਹਾਨੂੰ ਇਹਦੇ 'ਚ ਜਾਂਦਾ ਜਾਂਦਾ ਇੱਕ ਗੱਲ ਹੋਰ ਕਹਿ ਦਾਂ, ਕੱਲ ਮੈਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ, ਤੁਹਾਨੂੰ ਪਤਾ SGPC ਦੇ 100 ਸਾਲ ਹੋ ਗਏ ਨੇ ਉਹਨਾਂ ਦੀ ਸਥਾਪਨਾ ਹੋਈ ਨੂੰ, ਉੱਥੇ ਬੋਲਦੇ ਹੋਏ ਸੁਣੇ ਸੀ। ਉਹ ਵੀ ਕਹਿੰਦੇ ਸੀ, ਕਹਿੰਦੇ ਅਸੀਂ ਮਾੜੇ ਹੋ ਸਕਦੇ ਹਾਂ, ਸਾਡੇ ਤੋਂ ਗਲਤੀਆਂ ਹੋ ਸਕਦੀਆਂ, ਲੇਕਿਨ ਜਿਹੜੀ ਪਾਰਟੀ ਹੈ ਜਾਂ ਅਕਾਲੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਨਹੀਂ ਹੋ ਸਕਦਾ। ਸਿਆਸਤ ਨੂੰ ਇਸ ਤਰ੍ਹਾਂ ਸਿੱਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰੇ ਪਾਸਿਓਂ ਕਿ ਕੁਝ ਖਾਸ ਚੰਦ ਚੁਣਿੰਦੇ ਹੋਏ ਵਿਅਕਤੀ ਉਹ ਮਾੜੇ ਹੋ ਸਕਦੇ ਨੇ, ਪਾਰਟੀਆਂ ਮਾੜੀ ਨਹੀਂ ਹੁੰਦੀਆਂ। ਇਹਦਾ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਲਾਹਾ ਮਿਲਦਾ ਕਿ ਨਹੀਂ ਮਿਲਦਾ ਇਹ ਦੇਖਾਂਗੇ ਆਪਾਂ। ਜੀ ਰੰਧਾਵਾ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।